ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ, ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਅੱਜ 5-7 ਮੁੱਦੇ ਤੁਹਾਡੇ ਨਾਲ ਸਾਂਝੇ ਕਰਨੇ ਆ। ਇੱਕ ਮੁੱਦਾ ਤਾਂ ਕੈਨੇਡਾ ਦੇ ਪਾਸਪੋਰਟ ਬਾਰੇ ਆ। ਪਾਸਪੋਰਟ ਰਿਨਿਊ ਕਰਾਉਣ ਦੇ ਲਈ ਲਾਈਨਾਂ ਬਹੁਤ ਲੰਬੀਆਂ ਆ। ਪਾਸਪੋਰਟ ਆਪਣਾ ਚੈੱਕ ਕਰੋ ਤੇ ਟਾਈਮ ਨਾਲ ਰਿਨਿਊ ਕਰਾਓ। ਕੋਵਿਡ ਭਾਵੇਂ ਖਤਮ ਹੋ ਗਿਆ, ਪਰ ਕੋਵਿਡ ਦਾ ਅਸਰ ਹਜੇ ਵੀ ਹੈਗਾ। BC ਦੀਆਂ ਕੁਝ ਫੈਰੀਜ਼ ਕੈਂਸਲ ਹੋਈਆਂ ਕੋਵਿਡ ਕਾਰਨ, ਉਹਦੇ ਬਾਰੇ ਵੀ ਅਪਡੇਟ ਤੁਹਾਡੇ ਨਾਲ ਕਰਾਂਗੇ। ਕੈਨੇਡਾ ਦੀ ਪਾਪੂਲੇਸ਼ਨ ਦੇ ਵਿੱਚ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ ਹੈ, ਕੰਮ ਕਰਨ ਵਾਲਿਆਂ ਦੀ ਗਿਣਤੀ ਘੱਟ ਆ, ਜਿਹੜੇ ਰਿਟਾਇਰ ਹੋਏ ਉਹਨਾਂ ਦੀ ਗਿਣਤੀ ਵੱਧ ਰਹੀ ਹੈ। ਇਹ ਵੀ ਗੱਲਬਾਤ ਕਰਾਂਗੇ ਕਿ ਅੰਕੜੇ ਕੀ ਕਹਿੰਦੇ ਆ। ਰੂਸ ਯੂਕਰੇਨ ਯੁੱਧ ਦੇ ਮਾਮਲੇ ਦੇ ਵਿੱਚ ਰੂਸ ਨੇ ਯੂਰਪ ਤੇ 2 ਦੇਸ਼ਾਂ ਦਾ ਤੇਲ ਪਾਣੀ ਬੰਦ ਕਰ ਦਿੱਤਾ। ਕੀ ਅਸਰ ਪਊਗਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਅਲਬਰਟਾ ਦੇ ਵਿੱਚ ਵਿਦਿਆਰਥੀਆਂ ਦੀਆਂ ਲੜਾਈਆਂ ਵੱਧ ਰਹੀਆਂ। ਪਿੱਛੇ ਜੇ ਇੱਕ ਨੌਜਵਾਨ ਦਾ ਕਤਲ ਹੋਇਆ ਸੀ, ਇੱਕ ਹੋਰ ਲੜਾਈ ਸਾਹਮਣੇ ਆਈ ਆ। ਕਨਫੈਡਰੇਟ ਫਲੈਗ ਦਾ ਰੌਲਾ ਪਿਆ। ਕਨਫੈਡਰੇਟ ਫਲੈਗ ਕੀ ਆ, ਕੀ ਲਾਉਣਾ ਗੈਰ ਕਾਨੂੰਨੀ ਆ, ਮਾਮਲਾ ਕੀ ਆ, ਇਹ ਸਾਂਝਾ ਕਰਾਂਗੇ। ਥੋੜ੍ਹੇ ਦਿਨ ਪਹਿਲਾਂ ਤੁਹਾਡੇ ਨਾਲ ਵੈਨਕੂਵਰ ਡਾਊਨਟਾਊਨ ਈਸਟ ਸਾਈਡ ਦੀ ਖਬਰ ਸਾਂਝੀ ਕੀਤੀ ਸੀ। ਕੈਨੇਡਾ ਪੋਸਟ ਨੇ ਉੱਥੇ ਚਿੱਠੀਆਂ ਦੇਣੀਆਂ ਬੰਦ ਕਰ ਦਿੱਤੀਆਂ ਸੀ। ਕੱਲ੍ਹ ਮੁਜ਼ਾਹਰਾ ਹੋਇਆ ਤੇ ਅੱਜ ਚਿੱਠੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਕੈਨੇਡਾ ਦੇ ਵਿੱਚ ਰੈਂਟ ਬਹੁਤ ਜ਼ਿਆਦਾ ਵੱਧ ਗਏ ਆ, ਘਰਾਂ ਦੇ ਕਿਰਾਏ ਵੱਧ ਗਏ। ਇਹਦੇ ਬਾਰੇ ਕੁਛ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲੀ ਖਬਰ ਕੈਨੇਡਾ ਦੇ ਵਿੱਚ ਪਾਸਪੋਰਟ ਰਿਨਿਊ ਕਰਾਉਣ ਬਾਰੇ। ਜਦੋਂ ਪੈਂਡੈਮਿਕ ਹੋਇਆ, ਲੋਕਾਂ ਨੇ ਆਉਣਾ ਜਾਣਾ ਬੰਦ ਕਰ ਦਿੱਤਾ। ਪਾਸਪੋਰਟ ਕਿਤੇ ਪਏ ਰਹੇ, ਲੋਕਾਂ ਨੇ ਖਿਆਲ ਨਹੀਂ ਕੀਤਾ। ਬਹੁਤੇ ਲੋਕਾਂ ਦੇ ਪਾਸਪੋਰਟ ਐਕਸਪਾਇਰ ਹੋ ਗਏ। ਹੁਣ ਜਦੋਂ ਸਾਰਾ ਕੁਝ ਖੁੱਲ੍ਹ ਗਿਆ ਤਾਂ ਲੋਕਾਂ ਨੇ ਬਾਹਰ ਆਉਣਾ ਜਾਣਾ ਸ਼ੁਰੂ ਕਰ ਦਿੱਤਾ, ਜਾਂ ਆਉਣ ਜਾਣ ਦੀਆਂ ਸਕੀਮਾਂ ਬਣਾਉਣ ਲੱਗ ਪਏ। ਲੋਕ ਆਪਣੇ ਪਾਸਪੋਰਟ ਦੇਖ ਰਹੇ ਆ, ਅਤੇ ਜਿਨ੍ਹਾਂ ਦੇ ਪਾਸਪੋਰਟ ਐਕਸਪਾਇਰ ਪਏ ਆ ਉਹ ਰਿਨਿਊ ਕਰਾਉਣ ਦੇ ਲਈ ਸਰਵਿਸ ਕੈਨੇਡਾ ਦੇ ਵਿੱਚ ਪਹੁੰਚ ਰਹੇ ਆ। ਉੱਥੇ ਲਾਈਨਾਂ ਬਹੁਤ ਲੰਮੀਆਂ ਆ। ਜਿੰਨਾ ਪਹਿਲਾਂ ਉਹਨਾਂ ਦੇ ਕੋਲ ਕੰਮ ਆਉਂਦਾ ਸੀ, ਉਹ ਤੋਂ 40 ਗੁਣਾ ਜ਼ਿਆਦਾ ਕੰਮ ਆ। ਸਾਰੇ ਹੀ ਬਾਹਰ ਜਾਣਾ ਚਾਹੁੰਦੇ ਆ, ਸਾਰੇ ਹੀ ਪਾਸਪੋਰਟ ਰਿਨਿਊ ਕਰਾਉਣਾ ਚਾਹੁੰਦੇ ਆ। ਜਿਹੜੀ ਸਰਕਾਰ ਇਸ ਵੇਲੇ ਕਹਿ ਰਹੀ ਆ ਕਿ ਇਹਨਾਂ ਨੂੰ 2 ਲੱਖ ਕਾਲਾਂ ਰੋਜ਼ ਆ ਰਹੀਆਂ ਆਪਣੀ ਸਰਵਿਸ ਕੈਨੇਡਾ ਨੂੰ ਪਾਸਪੋਰਟ ਰਿਨਿਊ ਕਰਾਉਣ ਦੇ ਮਾਮਲੇ ਦੇ ਵਿੱਚ। 40 ਗੁਣਾ ਜ਼ਿਆਦਾ ਇਹ ਡਾਟਾ ਅੰਕੜਾ ਦੱਸਿਆ ਜਾ ਰਿਹਾ। ਜਿਹੜਾ ਟਿਪੀਕਲੀ ਪੈਂਡੈਮਿਕ ਤੋਂ ਪਹਿਲਾਂ 5000 ਕਾਲ ਇੱਕ ਦਿਨ ਦੇ ਵਿੱਚ ਆਉਂਦੀ ਸੀ, ਮਤਲਬ 5000 ਦੇ ਹਿਸਾਬ ਨਾਲ, ਅਤੇ ਹੁਣ ਇਹ ਗਿਣਤੀ 40 ਗੁਣਾ ਵੱਧ ਕੇ 2 ਲੱਖ ਹੋ ਗਈ ਆ। ਅਤੇ 2 ਲੱਖ ਬੰਦਿਆਂ ਨੂੰ ਇੱਕ ਦਿਨ ਦੇ ਵਿੱਚ ਟੈਕਲ ਕਰਨਾ ਸਰਵਿਸ ਕੈਨੇਡਾ ਦੇ ਵੱਸ ਦੀ ਗੱਲ ਨਹੀਂ ਹੈ, ਹੋ ਹੀ ਨਹੀਂ ਸਕਦਾ। ਬੰਦੇ ਵੀ ਹਾਇਰ ਕੀਤੇ ਆ, ਬਹੁਤ ਸਾਰੇ ਇਸ਼ੂ ਵੀ ਆ ਰਹੇ ਆ ਸਰਵਿਸ ਕੈਨੇਡਾ ਦੇ ਬਾਹਰ। ਤੁਸੀਂ ਸਾਰੀਆਂ ਲੋਕੇਸ਼ਨ ਦੇ ਉੱਤੇ ਦੇਖ ਲਓ ਵੀ ਕਿੱਦਾਂ ਲੋਕਾਂ ਦੀਆਂ ਲਾਈਨਾਂ ਲੱਗੀਆਂ। ਇਹਨਾਂ ਦੇ ਵਿੱਚ ਬਹੁਤੇ ਪਾਸਪੋਰਟ ਰਿਨਿਊ ਕਰਵਾਉਣ ਵਾਲੇ ਆ। ਅਪੁਆਇੰਟਮੈਂਟਾਂ ਮਿਲਦੀਆਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ। ਸਾਰੀਆਂ ਅਪੁਆਇੰਟਮੈਂਟਸ ਬੁੱਕ ਆ, ਅਤੇ ਲਾਈਨ ਅਪ ਦੇ ਵਿੱਚ ਕਈ ਵਾਰੀ ਲੋਕ ਖੜ੍ਹ ਕੇ ਮੁੜ ਆਉਂਦੇ ਆ। ਸਾਰਾ ਦਿਨ ਵਾਰੀ ਨਹੀਂ ਆਉਂਦੀ। 8 ਵਜੇ ਜੇਕਰ ਪਾਸਪੋਰਟ ਕੈਨੇਡਾ ਦਾ ਕੋਈ ਆਫਿਸ ਖੁੱਲ੍ਹਦਾ ਹੈ ਤਾਂ ਉੱਥੇ 6-6:30 ਵਜੇ, ਜਿੰਨੇ ਵਜੇ ਮਾਲ ਖੁੱਲ੍ਹਦਾ ਜਾਂ ਪਲਾਜ਼ਾ ਖੁੱਲ੍ਹਦਾ, ਉਨੇ ਵਜੇ ਜਾ ਕੇ ਉੱਥੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਇਹ ਸਮੱਸਿਆ ਬਹੁਤ ਵੱਡੀ ਆ। ਕੋਵਿਡ-19 ਰੈਸਟ੍ਰਿਕਸ਼ਨਸ ਚੱਕਣ ਤੋਂ ਬਾਅਦ ਹੁਣ ਇਹ ਸਮੱਸਿਆ ਜ਼ਿਆਦਾ ਵੱਡੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਆ। ਲਾਈਨ ਅਪ ਦੇਖਣ ਨੂੰ ਮਿਲ ਰਹੇ ਆ। ਅਤੇ ਹੁਣ ਇਹਦੇ ਭਾਵੇਂ ਕਿ ਬਹੁਤ ਸਾਰੀ ਹਾਇਰਿੰਗ ਕੀਤੀ ਆ, ਸਰਵਿਸ ਕੈਨੇਡਾ ਨੇ ਬਹੁਤ ਸਾਰੀ ਹਾਇਰਿੰਗ ਕੀਤੀ, ਨਵੇਂ ਮੁਲਾਜ਼ਮ ਰੱਖੇ ਆ। ਇਹ ਮਾਮਲਾ ਹੁਣ ਵੱਧਦਾ ਕੱਲ੍ਹ ਹਾਊਸ ਆਫ ਕਾਮਨਸ ਦੇ ਵਿੱਚ ਵੀ ਗਿਆ। ਕੱਲ੍ਹ ਮੰਗਲਵਾਰ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਬ੍ਰੈਡ ਵੈਸ, ਜਿਨ੍ਹਾਂ ਨੇ ਉਹ ਫਲਾਈਟਾਂ ਵਾਲੀ ਪਟੀਸ਼ਨ ਸ਼ੁਰੂ ਕੀਤੀ ਸੀ ਵੈਨਕੂਵਰ ਤੋਂ ਅੰਮ੍ਰਿਤਸਰ ਵਾਲੀ, ਉਸੇ ਮੈਂਬਰ ਪਾਰਲੀਮੈਂਟ ਨੇ ਇਹ ਮਾਮਲਾ ਪੁੱਛਿਆ ਵੀ ਹੋ ਕੀ ਰਿਹਾ ਅਸਲ ਦੇ ਵਿੱਚ, ਕਿ ਕਿਉਂ ਇਹ ਇੰਨੀ ਦੇਰੀ ਹੋ ਰਹੀ ਆ, ਕਿ ਕਿਉਂ ਪਾਸਪੋਰਟ ਕੈਨੇਡਾ ਆ ਉਹ ਇੰਨੀ ਮਾੜੀ ਪੂਅਰ ਸਰਵਿਸਿਜ਼ ਦੇ ਰਹੀ ਆ। ਅਤੇ ਇਹਦੇ ਉੱਤੇ ਗੱਲ ਵੀ ਹੋਈ ਆ ਵੀ ਉਹ ਕਹਿੰਦੇ ਸਾਨੂੰ ਲਾਈਨਾਂ ਦੇ ਵਿੱਚ ਲਾ ਕੇ ਖੜ੍ਹੇ ਹੋਣਾ ਪੈਂਦਾ। ਸਰਕਾਰ ਥੋੜ੍ਹੇ ਜਿਹੇ ਬੰਦੇ ਜ਼ਿਆਦਾ ਰੱਖ ਲਵੇ ਜਾਂ ਕੁਛ ਕਰ ਲਵੇ ਅਤੇ ਇਹਦਾ ਸਮੱਸਿਆ ਹੱਲ ਹੋ ਜਾਵੇ। ਜਿਹੜੇ ਸਰਵਿਸ ਕੈਨੇਡਾ ਮਿਨਿਸਟਰ ਅਤੇ ਲਿਬਰਲ ਮੈਂਬਰ ਪਾਰਲੀਮੈਂਟ ਆ ਕਰੀਨਾ ਗਲੋਡ, ਉਹਨਾਂ ਨੇ ਕਿਹਾ ਵੀ ਅਸੀਂ ਯਕੀਨ ਦਿਵਾਉਂਦੇ ਹਾਂ ਕਿ ਹੋਰ ਸਟਾਫ ਅਸੀਂ ਰੱਖਿਆ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਟਾਫ ਰੱਖ ਰਹੇ ਹਾਂ, ਜਿਹਦੇ ਨਾਲ ਇਹਨੂੰ ਸੌਖ ਹੋਊਗੀ। 500 ਕਹਿੰਦੇ ਪਾਸਪੋਰਟ ਆਫਿਸਰ ਨਵੇਂ ਅਸੀਂ ਭਰਤੀ ਕੀਤੇ ਆ ਪਿਛਲੇ ਦਿਨਾਂ ਦੇ ਵਿੱਚ, ਜਿਹਦੇ ਨਾਲ ਲੋਕਾਂ ਨੂੰ ਪਾਸਪੋਰਟ ਦਿੱਤੇ ਜਾ ਸਕਣ। ਅਤੇ ਦੂਜਾ ਇਹ ਆ ਵੀ ਜਿਹੜਾ ਸਟਾਫ ਆ ਉਹਨੂੰ ਓਵਰਟਾਈਮ ਕੰਮ ਕਰਨ ਲਈ ਕਿਹਾ। ਓਵਰਟਾਈਮ ਕੰਮ ਕਰ ਵੀ ਰਿਹਾ। ਵੀਕਐਂਡ ਦੇ ਉੱਤੇ ਜਦੋਂ ਸਾਰੇ ਆਰਾਮ ਕਰਦੇ ਆ, ਇਹ ਉਦੋਂ ਵੀ ਕੰਮ ਕਰ ਰਹੇ ਆ। ਇਹਦਾ ਮਤਲਬ ਯਤਨ ਕੀਤੇ ਜਾ ਰਹੇ ਆ ਅਤੇ ਪਾਸਪੋਰਟ ਜਲਦੀ ਇਸ਼ੂ ਕੀਤੇ ਜਾਣਗੇ। ਫੈਡਰਲ ਏਜੰਸੀ ਨੇ ਇਹ ਵੀ ਕਿਹਾ ਆ ਕਿ 20 ਦਿਨਾਂ ਦੇ ਵਿੱਚ ਅਸੀਂ ਪਾਸਪੋਰਟ ਆਮ ਤੌਰ ਦੇ ਉੱਤੇ ਦਿੰਦੇ ਹਾਂ, ਜਿਹੜਾ ਇੱਕ ਸਟੈਂਡਰਡ ਟਾਈਮ ਆ, ਪਰ ਹੁਣ 26 ਦਿਨ ਤੋਂ ਵੀ ਜ਼ਿਆਦਾ ਲੱਗ ਰਹੇ ਆ। ਸਰਕਾਰ ਸਲਾਹ ਇਹ ਦੇ ਰਹੀ ਹੈ, ਜਾਂ ਏਜੰਸੀ ਸਲਾਹ ਇਹ ਦੇ ਰਹੀ ਹੈ ਕਿ ਆਪਣੇ ਪਾਸਪੋਰਟ ਚੈੱਕ ਕਰੋ ਅਤੇ ਉਹਨੂੰ ਸਮਾਂ ਰਹਿੰਦੇ ਰਿਨਿਊ ਕਰਾਓ। ਅਤੇ ਜੇਕਰ ਤੁਹਾਡੇ ਕੋਲ ਰਿਨਿਊ ਕਰਾਉਣ ਦੇ ਲਈ ਜਿੰਨੀ ਜਲਦੀ ਹੋ ਸਕਦਾ ਉਹਨੂੰ ਰਿਨਿਊ ਕਰਾ ਲਓ, ਆਪਣਾ ਅਪੁਆਇੰਟਮੈਂਟ ਲੈ ਲਓ। ਅਪੁਆਇੰਟਮੈਂਟ ਜੇਕਰ, ਕਿਉਂਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਅਪੁਆਇੰਟਮੈਂਟ ਮਿਲਦੀਆਂ ਨਹੀਂ, ਅਤੇ ਜੇ ਤੁਹਾਨੂੰ ਪਾਸਪੋਰਟ 25 ਦਿਨਾਂ ਦੇ ਵਿੱਚ ਚਾਹੀਦਾ ਤਾਂ ਸਰਵਿਸ ਕੈਨੇਡਾ ਇਹ ਰੈਕਮੈਂਡ ਕਰਦੇ ਆ ਕਿ ਕਿਸੇ ਲੋਕੇਸ਼ਨ ਦੇ ਉੱਤੇ ਜਾ ਕੇ ਲਾਈਨ ਦੇ ਵਿੱਚ ਲੱਗ ਜਾਓ, ਅਤੇ ਤੁਹਾਨੂੰ ਉੱਥੇ ਫਿਰ ਜਿਹੜੀ ਆਈਟਨਰੀ ਜਾਂ ਪ੍ਰੋਪਰ ਤੁਹਾਡਾ ਟ੍ਰਿਪ ਦਾ ਸਾਰਾ ਕੁਝ ਡਿਟੇਲ ਚਾਹੀਦੀ ਆ, ਅਤੇ ਉਹਦੇ ਨਾਲ ਤੁਹਾਨੂੰ ਫਿਰ ਪਾਸਪੋਰਟ ਜਲਦੀ ਮਿਲ ਜੂਗਾ। ਲੌਂਗ ਲਾਈਨਅਪਸ ਵੀ ਹੈਗੀਆਂ ਸਾਰੇ ਥਾਵਾਂ ਦੇ ਉੱਤੇ। ਕੈਨੇਡਾ ਸਰਕਾਰ ਇਹ ਵੀ ਵਾਰਨਿੰਗ ਦੇ ਰਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਇਹਨਾਂ ਦੀ ਗਿਣਤੀ ਵਧੂਗੀ। ਜਿਹੜੇ ਲੋਕ
ਕੈਨੇਡਾ ਤੋਂ ਬਾਹਰ ਜਾਣਾ ਚਾਹੁੰਦੇ ਆ, ਘੁੰਮਣ ਫਿਰਨ ਦੇ ਲਈ ਪਾਸਪੋਰਟ ਰਿਨਿਊ ਕਰਾਉਣਾ ਚਾਹੁੰਦੇ ਆ, ਉਹਨਾਂ ਦੀ ਗਿਣਤੀ ਦੇ ਵਿੱਚ ਹੋਰ ਵਾਧਾ ਹੋਊਗਾ। ਇਹਦਾ ਮਤਲਬ ਹੋਰ ਜ਼ਿਆਦਾ ਸਮਾਂ ਲੱਗੂਗਾ। ਤੋਂ ਹੁਣ ਜਿਹੜਾ ਸਮਾਂ ਹੈਗਾ ਆ, ਇਸ ਵੇਲੇ ਤੁਸੀਂ ਆਪਣਾ ਪਾਸਪੋਰਟ ਰਿਨਿਊ ਕਰਵਾ ਲਓ। ਹਾਊਸ ਆਫ ਕਾਮਨਸ ਦੇ ਵਿੱਚ ਮੁੱਦਾ ਪਹੁੰਚਿਆ, ਯਤਨ ਕੀਤੇ ਜਾ ਰਹੇ ਆ, ਪਰ ਜਿਹੜਾ ਅਜੇ ਤੱਕ ਵੀ ਕੋਈ ਹੱਲ ਨਹੀਂ ਮਿਲ ਰਿਹਾ। ਅਪ੍ਰੈਲ 1, 2020 ਤੋਂ ਲੈ ਕੇ ਮਾਰਚ 31, 2021 ਤੱਕ 1 ਸਾਲ ਦੇ ਵਿੱਚ 3,63,000 ਪਾਸਪੋਰਟ ਇਸ਼ੂ ਕੀਤੇ ਗਏ ਆ। ਉਹਦੇ ਤੋਂ ਬਾਅਦ ਅਗਲਾ ਸਾਲ ਜਿਹੜਾ 1 ਅਪ੍ਰੈਲ 2021 ਤੋਂ ਲੈ ਕੇ 31 ਮਾਰਚ 2022 ਤੱਕ ਜਿਹੜਾ 1.2 ਮਿਲੀਅਨ ਪਾਸਪੋਰਟ ਏਜੰਸੀ ਨੇ ਇਸ਼ੂ ਕੀਤੇ ਆ। ਤੇ ਸਰਵਿਸ ਕੈਨੇਡਾ ਇਹ ਵੀ ਕਹਿ ਰਿਹਾ ਕਿ ਆਪਣੀ ਸੇਫਟੀ ਰਿਸਟ੍ਰਿਕਸ਼ਨ ਦਾ ਖਿਆਲ ਰੱਖਿਆ ਜਾਵੇ ਜਿਹੜੀ ਵੀ ਲੋਕੇਸ਼ਨ ਦੇ ਉੱਤੇ ਜਾਂਦੇ ਆ ਉੱਥੇ, ਕਿਉਂਕਿ ਸਮਾਂ ਬਹੁਤ ਜ਼ਿਆਦਾ ਲੱਗ ਰਿਹਾ। ਇਸ ਕਰਕੇ ਜਿਹੜੀਆਂ ਹੈਲਥ ਮੈਜਰਸ ਨੇ ਉਹਨਾਂ ਦਾ ਧਿਆਨ ਰੱਖ ਕੇ ਉੱਥੇ ਜਾਇਆ ਜਾਵੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਸੂਚਨਾ ਆ ਰਹੀ ਹੈ ਕਿ ਫੈਰੀਜ਼ ਕੈਂਸਲ ਹੋਈਆਂ। ਮਲਟੀਪਲ ਸੇਲਿੰਗ ਜਿਹੜੀ ਨਾਰਥ ਕੋਸਟ ਰੂਟਸ ਦੇ ਵੱਲੋਂ ਆ ਉਹ ਕੈਂਸਲ ਕੀਤੀ ਗਈ ਆ। ਕੁਛ ਮਾਮਲਿਆਂ ਦੇ ਵਿੱਚ ਜਿਹੜਾ ਨਰਦਰਨ ਐਡਵੈਂਚਰਸ ਹੈਗੇ ਆ ਉਹ ਸਾਰਾ ਹੀ ਅਫੈਕਟ ਹੋਇਆ ਇਹਦੇ ਨਾਲ। ਤੇ ਇਹਦਾ ਦੱਸਿਆ ਇਹ ਜਾ ਰਿਹਾ ਕਿ ਕਈ ਇਹਦੇ ਕਾਰਨ ਦੱਸੇ ਜਾ ਰਹੇ ਆ। ਹੁਣ ਜਿਹੜੇ ਕਸਟਮਰ ਇਹਨਾਂ ਫੈਰੀਜ਼ ਕੈਂਸਲ ਹੋਣ ਦੇ ਨਾਲ ਜਿਨ੍ਹਾਂ ਦੇ ਉੱਤੇ ਅਸਰ ਹੋਇਆ, ਉਹਨਾਂ ਨੂੰ ਉਹ ਕਹਿੰਦੇ ਅਸੀਂ ਕੰਟੈਕਟ ਕਰ ਰਹੇ ਹਾਂ, ਉਹਨਾਂ ਨੂੰ ਰੀਇੰਬਰਸ ਕਰ ਰਹੇ ਹਾਂ, ਜਿਹੜੇ ਉਹਨਾਂ ਦੇ ਪੈਸੇ ਸੀਗੇ ਉਹਨਾਂ ਨੂੰ ਵਾਪਸ ਦਿੱਤੇ ਜਾਣਗੇ। ਤੇ ਉਹਨੂੰ ਜਿਹੜੀਆਂ ਹਫ਼ਤੇ ਦੇ ਲਈ ਸਕ੍ਰੈਪ ਕੀਤੀਆਂ ਗਈਆਂ ਫੈਰੀਜ਼, ਉਹਨਾਂ ਦੇ ਵਿੱਚ ਸਮੱਸਿਆਵਾਂ ਕਈ ਨੇ। ਇੱਕ ਤਾਂ ਸਟਾਫ ਦੀ ਵੀ ਸਮੱਸਿਆ ਹੈ। ਬਹੁਤਾ ਸਟਾਫ ਸਿੱਕ ਹੋ ਗਿਆ, ਬਿਮਾਰ ਹੋ ਗਿਆ, ਤੇ ਉਹਨਾਂ ਦੇ ਕੋਲ ਇੱਕ ਉਹਨਾਂ ਨੂੰ ਸਪੈਸੀਫਿਕ ਨੰਬਰ ਆਫ ਕ੍ਰਿਊ ਚਾਹੀਦਾ ਹੁੰਦਾ ਉਸ ਔਨ ਬੋਰਡ। ਮਤਲਬ ਜੇ ਘੱਟੋ ਘੱਟ ਇੰਨੇ ਕ੍ਰਿਊ ਦੇ ਮੈਂਬਰ ਹੈਗੇ ਆ ਤਾਂ ਉਹ ਫੈਰੀ ਅੱਗੇ ਚੱਲ ਸਕਦੀ ਹੈ, ਨਹੀਂ ਤਾਂ ਨਹੀਂ ਚੱਲ ਸਕਦੀ। ਟਰਾਂਸਪੋਰਟ ਕੈਨੇਡਾ ਦੀ ਰੈਗੂਲੇਸ਼ਨਸ ਆ ਤੇ ਉਹ ਮੁਲਾਜ਼ਮ ਉੱਥੇ ਪੂਰੇ ਨਹੀਂ ਹੈ। ਉਹਦਾ ਕਾਰਨ ਹੀ ਦੱਸਿਆ ਜਾ ਰਿਹਾ ਕਿ ਜਾਂ ਤਾਂ ਉਹ ਬਿਮਾਰ ਹੋ ਗਏ, ਛੁੱਟੀ ਉੱਤੇ ਚਲੇ ਗਏ। ਪਹਿਲਾਂ ਰਿਟਾਇਰਮੈਂਟ ਦਾ ਇਸ਼ੂ ਵੀ ਦੱਸਿਆ ਜਾ ਰਿਹਾ ਸੀ ਕਿ ਬਹੁਤੇ ਰਿਟਾਇਰਮੈਂਟ ਵਾਲੇ ਪਾਸੇ ਚਲੇ ਗਏ। ਗਿਣਤੀ ਵੈਸੇ ਹੀ ਘੱਟ ਆ। ਕੋਵਿਡ-19 ਦੀ ਇਲਨੈਸ ਨੇ ਇੱਕ ਵੱਡਾ ਸਟਾਫ ਦਾ ਚੈਲੰਜ ਖੜਾ ਕਰ ਦਿੱਤਾ ਤੇ ਜਿਹੜਾ ਹੁਣ ਛੁੱਟੀ ਲੈ ਰਿਹਾ ਉਹ 8-8, 10-10 ਦਿਨ ਦੀ ਛੁੱਟੀ ਦੇ ਉੱਤੇ ਜਾ ਰਿਹਾ। ਜਿਹੜਾ ਦੂਜਾ ਹਾਇਰਿੰਗ ਦੇ ਵਿੱਚ ਵੈਕਸੀਨੇਸ਼ਨ ਪਾਲਿਸੀਜ਼ ਉਹ ਵੀ ਇੱਕ ਮੁਸ਼ਕਲ ਬਣੀ ਹੈ। ਇੰਟਰਨੈਸ਼ਨਲ ਤਾਂ ਕਿ ਇੰਟਰਨੈਸ਼ਨਲ ਕੈਂਡੀਡੇਟਸ ਨੂੰ ਕੋਵਿਡ-19 ਦੇ ਮਾਮਲੇ ਵਿੱਚ ਕਿੱਦਾਂ ਰਿਕਰੂਟ ਕੀਤਾ ਜਾ ਸਕਦਾ। ਜਿਹੜੀ 25 ਈਅਰ ਦੀ ਗਲੋਬਲ ਸ਼ਾਰਟੇਜ ਆ ਇੱਕ ਪ੍ਰੋਫੈਸ਼ਨਲ ਮਰੀਨਸ ਦੀ, ਇਸ ਕੰਮ ਦੇ ਜਿਹੜੇ ਮਾਹਰ ਆ ਉਹ ਪਿੱਛੋਂ ਉਹਨਾਂ ਦੀ ਸਪਲਾਈ ਵੀ ਪੂਰੀ ਨਹੀਂ ਹੈ। ਉਹ ਬੰਦੇ ਹੀ ਨਹੀਂ ਉਹਨੇ ਜ਼ਿਆਦਾ ਅੱਗੇ ਆ ਰਹੇ। ਉਹ ਵੀ ਹਾਇਰਿੰਗ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਬਣ ਰਿਹਾ ਆ। ਤੇ ਆਉਣ ਵਾਲਾ ਜਿਹੜਾ ਇਹ ਸਮਰ ਸੀਜ਼ਨ ਹੈਗਾ ਇਹਦੇ ਵਿੱਚ ਹੋਰ ਜ਼ਿਆਦਾ ਸਮੱਸਿਆ ਵੱਧ ਸਕਦੀ ਹੈ। ਐਫਰਟ ਕੀਤੇ ਜਾ ਰਹੇ ਆ ਕਿਸੇ ਨਾ ਕਿਸੇ ਤਰ੍ਹਾਂ ਡਿਲੇ ਨੂੰ ਅਵੋਇਡ ਕੀਤਾ ਜਾਵੇ। ਜਿਹੜਾ ਪ੍ਰੈਸ਼ਰ ਪੈ ਰਿਹਾ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਇਆ ਜਾਵੇ। ਤੇ ਉਹਦੇ ਲਈ ਇਹ ਵੀ ਕਿਹਾ ਜਾ ਰਿਹਾ ਕਿ ਤੁਸੀਂ ਜਿਹੜੇ ਆਫ ਆਵਰਸ ਦੇ ਵਿੱਚ, ਆਫ ਪੀਕ ਆਵਰਸ ਦੇ ਵਿੱਚ ਤੁਸੀਂ ਟਰੈਵਲਿੰਗ ਜਿਹੜੀ ਆਪਣੀ ਥੋੜ੍ਹੀ ਬਹੁਤੀ ਦੇਖੋ ਕਿ ਜਦੋਂ ਜ਼ਿਆਦਾ ਬਿਜ਼ੀ ਨਹੀਂ ਹੁੰਦਾ ਉਦੋਂ ਤੁਸੀਂ ਜਾ ਸਕਦੇ ਆ। ਤੇ ਜਿਹੜਾ ਉਹ ਜ਼ਿਆਦਾ ਜੇਕਰ ਤੁਸੀਂ ਜਾਓਗੇ ਤਾਂ ਉਹਦੇ ਨਾਲ ਦੂਜਾ ਇਹ ਹੈ ਕਿ ਚੈੱਕ ਇਨ ਆਪਣੀਆਂ ਅਪਡੇਟਸ ਜਿਹੜੀਆਂ ਜ਼ਰੂਰ ਚੈੱਕ ਕਰੋ ਸੇਲਿੰਗ ਤੋਂ ਪਹਿਲਾਂ ਕਿ ਕਿਹੜੀ ਫੈਰੀ ਜਾ ਰਹੀ ਹੈ ਜਾਂ ਕਿਹੜੀ ਕੈਂਸਲ ਕੀਤੀ ਗਈ ਹੈ। ਕੋਵਿਡ ਖਤਮ ਹੋ ਗਿਆ, ਪਰ ਕੋਵਿਡ ਦੇ ਨਾਲ ਅਜੇ ਵੀ ਜਾਂ ਕੋਵਿਡ ਵਰਗੇ ਸਿੰਪਟਮਸ ਦੇ ਨਾਲ ਜਿਹੜੇ ਲੋਕ ਬਿਮਾਰ ਹੋ ਰਹੇ ਆ, ਛੁੱਟੀ 'ਤੇ ਜਾ ਰਹੇ ਆ, ਸਮੱਸਿਆ ਸਟਾਫ ਦੀ ਆ ਰਹੀ ਆ। ਕੈਨੇਡਾ ਦੇ ਵਿੱਚ ਪਾਪੂਲੇਸ਼ਨ ਨੂੰ ਲੈ ਕੇ ਕੁਝ ਅੰਕੜੇ ਸਾਹਮਣੇ ਆਏ ਆ ਜਿਹੜੇ ਇਹ ਦੱਸ ਰਹੇ ਆ ਕਿ ਕੈਨੇਡਾ ਦੇ ਵਿੱਚ ਬਜ਼ੁਰਗਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ। ਓਲਡਰ ਪਾਪੂਲੇਸ਼ਨ ਹੁਣ ਵੀ ਵਧਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵਧੂਗੀ। 2021 ਦੇ ਵਿੱਚ ਜਿਹੜੀ ਨੈਸ਼ਨਲ ਸੈਂਸਸ ਹੋਈ ਸੀ ਉਹ ਦੱਸ ਰਹੀ ਆ ਕਿ ਸੀਨੀਅਰਸ ਜਿਹੜੇ 85 ਸਾਲ ਤੋਂ ਜਿਨ੍ਹਾਂ ਦੀ ਉੱਪਰ ਆ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਰਹੀ ਹੈ। ਪਾਪੂਲੇਸ਼ਨ ਦਾ ਇਹ ਏਜ ਗਰੁੱਪ ਆਉਣ ਵਾਲੇ 25 ਸਾਲਾਂ ਦੇ ਵਿੱਚ 3 ਗੁਣਾ ਹੋਰ ਵਧਿਆ ਦੱਸਿਆ ਜਾ ਰਿਹਾ। ਮਤਲਬ ਇਹ ਆ ਕਿ ਜਿੰਨੇ ਬਜ਼ੁਰਗ ਤੇ ਰਿਟਾਇਰਡ ਲੋਕ ਨੇ ਉਹ ਕੰਮ ਨਹੀਂ ਕਰ ਰਹੇ, ਸਗੋਂ ਉਹਨਾਂ ਦੀ ਹੈਲਥ ਦਾ ਤੇ ਉਹ ਸਾਰਾ ਖਰਚਾ ਸਰਕਾਰ ਨੂੰ ਪੈਂਦਾ, ਭਾਵੇਂ ਕਿ ਉਹਨਾਂ ਨੇ ਸਾਰੀ ਉਮਰ ਟੈਕਸ ਦੇ ਰੂਪ ਵਿੱਚ ਦਿੱਤਾ ਹੁੰਦਾ, ਪਰ ਸਮੇਂ ਦੇ ਉੱਤੇ ਬਿਲਕੁਲ ਇਸ ਪੁਆਇੰਟ ਦੇ ਉੱਤੇ ਉਹਨਾਂ ਨੂੰ ਸਰਕਾਰ ਦੇ ਰਹੀ ਹੈ। ਦੂਜਾ ਮਤਲਬ ਇਹਦਾ ਇਹ ਆ ਕਿ ਕੰਮ ਕਰਨ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਜੇਕਰ ਵਿਚਕਾਰਲਾ ਵਰਗ ਘੱਟ ਆ ਤੇ ਜੇਕਰ ਇੱਥੇ ਕੰਮ ਕਰਨ ਵਾਲਿਆਂ ਦੀ ਗਿਣਤੀ ਘੱਟ ਆ ਤਾਂ ਇਹਦਾ ਇੱਕ ਜਿਹੜੀ ਸਿੱਧੀ ਇੰਡੀਕੇਸ਼ਨ ਇਹ ਆ ਕਿ ਕੈਨੇਡਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੇ ਹੁਣੇ 3-4 ਲੱਖ ਬੰਦਾ 1 ਸਾਲ ਦੇ ਵਿੱਚ ਪੱਕਾ ਕਰਦਾ ਤਾਂ ਇਹਨਾਂ ਨੂੰ ਬਾਹਰੋਂ ਬੰਦੇ ਹੋਰ ਲਿਆ ਕੇ ਪੱਕੇ ਕਰਨੇ ਪੈਣਗੇ। ਕੈਨੇਡਾ ਨੂੰ ਆਉਣ ਵਾਲੇ ਲੰਬੇ ਸਮੇਂ ਦੇ ਵਿੱਚ ਅਜੇ ਵੀ ਇਹਨਾਂ ਦੀ ਲੋੜ ਲਗਾਤਾਰ ਇਮੀਗ੍ਰੈਂਟਸ ਦੀ ਪੈਂਦੀ ਰਹਿਣੀ ਹੈ। ਤੇ ਇਹ ਨਹੀਂ ਕਿ ਪਾਲਿਸੀਜ਼ ਕਿਸੇ ਤਰ੍ਹਾਂ ਦੀਆਂ ਚੇਂਜ ਕਰਕੇ ਇਹਨਾਂ ਨੂੰ ਬੰਦ ਕਰ ਦੇਣਗੇ, ਸਗੋਂ ਪਾਪੂਲੇਸ਼ਨ ਦੇ ਇਸ ਅੰਕੜੇ ਤੋਂ, ਇਸ ਸਟੱਡੀ ਤੋਂ ਇਹ ਪਤਾ ਲੱਗ ਰਿਹਾ ਕਿ ਇਹ ਗਿਣਤੀ ਆਉਣ ਵਾਲੇ ਸਮੇਂ ਦੇ ਵਿੱਚ ਵਧੂਗੀ। 2001 ਦੀ ਜਦੋਂ ਸੈਂਸਸ ਹੋਈ ਸੀ ਉਹਦੇ ਤੋਂ ਲੈ ਕੇ ਹੁਣ ਤੱਕ 85 ਸਾਲਾਂ ਤੋਂ ਉੱਪਰ ਵਾਲੇ ਉਮਰ ਦੇ ਲੋਕਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ
ਤੇ ਜਿਹੜੇ ਇਸ ਤਰੀਕੇ ਦੇ ਨਾਲ ਇਸ ਗਰੁੱਪ ਦੀ ਗਿਣਤੀ ਦਾ ਵਧਣਾ ਲੌਂਗ ਟਰਮ ਕੇਅਰ ਸਿਸਟਮ, ਹੈਲਥ ਕੇਅਰ ਸਿਸਟਮ, ਉਹਦੇ ਉੱਤੇ ਇੱਕ ਪ੍ਰੈਸ਼ਰ ਵੀ ਦੱਸਿਆ ਜਾ ਰਿਹਾ। ਜਿਹੜਾ ਨੈਸ਼ਨਲ ਇੰਸਟੀਚਿਊਟ ਆਫ ਏਜਿੰਗ ਦੇ ਕੁਝ ਐਕਸਪਰਟ ਆ ਉਹ ਦੱਸ ਰਹੇ ਆ ਕਿ ਕੈਨੇਡਾ ਦਾ ਭਵਿੱਖ ਦੇ ਵਿੱਚ ਬਜ਼ੁਰਗ ਜ਼ਿਆਦਾ ਹੋਣਗੇ। ਇੱਕ ਸਮੱਸਿਆ ਇਹ ਆ ਕਿ ਇਹ ਜਿਹੜੇ ਹੁਣ ਬਜ਼ੁਰਗ ਹੋ ਰਹੇ ਆ, ਇੱਕ ਵੇਲੇ ਦੇ ਵਿੱਚ ਇਹਨਾਂ ਦੇ ਬੱਚੇ ਵੀ ਇੰਨੇ ਜ਼ਿਆਦਾ ਨਹੀਂ ਆ। ਭਾਵ ਕੈਨੇਡਾ ਦੀਆਂ ਪਹਿਲੀਆਂ ਪੀੜ੍ਹੀਆਂ ਦੇ ਬੱਚੇ ਜ਼ਿਆਦਾ ਸੀ, ਜਿਹੜੀ ਹੁਣ ਬਜ਼ੁਰਗ ਪਾਪੂਲੇਸ਼ਨ ਹੋ ਰਹੀ ਆ ਇਹਨਾਂ ਦੇ ਬੱਚੇ ਇੰਨੇ ਜ਼ਿਆਦਾ ਨਹੀਂ ਆ। ਉਹ ਵੀ ਆ ਕਿ ਜਿਹੜੀ ਅਗਲੀ ਪੀੜ੍ਹੀ ਆ, ਅਗਲੀ ਜਿਹੜੀ ਵਰਕਫੋਰਸ ਆ, ਉਹਦੀ ਘਾਟ ਦੱਸੀ ਜਾ ਰਹੀ ਆ। ਜਿਹੜਾ ਲੇਟੈਸਟ ਦਾ ਡਾਟਾ ਇਸ ਵੇਲੇ ਦੱਸ ਰਿਹਾ ਕਿ ਜਿਹੜੀ ਕੈਨੇਡੀਅਨ ਲੇਬਰ ਫੋਰਸ ਆ, ਉਹ ਵਰਕਿੰਗ ਏਜ ਪਾਪੂਲੇਸ਼ਨ ਪੂਰੇ ਦੇਸ਼ ਦੇ ਵਿੱਚ ਉਹ ਬਜ਼ੁਰਗਾਂ ਦੇ ਵਿੱਚ ਜ਼ਿਆਦਾ, ਬਜ਼ੁਰਗੀ ਦੇ ਵੱਲੋਂ ਜ਼ਿਆਦਾ ਜਾ ਰਹੀ ਆ। ਵਰਕਿੰਗ ਏਜ ਗਰੁੱਪ ਇੱਥੇ ਕਿਹਨੂੰ ਕਿਹਾ ਜਾਂਦਾ? 15 ਸਾਲ ਤੋਂ ਲੈ ਕੇ 64 ਸਾਲ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਇਹਦੇ ਵਿੱਚ ਗਿਣਿਆ ਜਾਂਦਾ। ਤੇ ਇਹ ਗਰੁੱਪ ਹੁਣ ਬਹੁਤਾ ਰਿਟਾਇਰਮੈਂਟ ਦੇ ਨੇੜੇ ਚਲੇ ਗਿਆ। 20% ਜਿਹੜੀ ਵਰਕਿੰਗ ਏਜ ਪਾਪੂਲੇਸ਼ਨ ਆ ਉਹ 55 ਤੋਂ 64 ਸਾਲ ਦੇ ਵਿੱਚ ਆ। 15 ਤੋਂ 64 ਸਾਲ ਦੇ ਵਿਚਕਾਰ ਵਾਲੇ ਨੂੰ ਜੇਕਰ ਵਰਕਿੰਗ ਮੰਨਿਆ ਜਾਂਦਾ ਤਾਂ 55 ਤੋਂ 64 ਸਾਲ ਦੇ ਵਿਚਕਾਰ 20% ਆ। ਭਾਵ ਅਗਲੇ 10 ਸਾਲਾਂ ਦੇ ਵਿੱਚ ਇਹਨਾਂ ਨੇ ਵੀ ਰਿਟਾਇਰ ਹੋ ਜਾਣਾ ਤੇ ਸੰਕਟ ਕੈਨੇਡਾ ਦੇ ਵਿੱਚ ਇਹਦੇ ਤੋਂ ਅੱਗੇ ਵੱਧ ਜਾਣਾ। ਜਿਹੜੇ ਲੋਕ 65 ਸਾਲ ਜਾਂ ਇਹਦੇ ਤੋਂ ਉੱਤੇ ਆ ਉਹ 18% ਜਿਹੜੀ 2016 ਦੇ ਸੈਂਸਸ ਦੇ ਵਿੱਚ ਪਤਾ ਲੱਗਿਆ ਸੀ। ਤੇ ਇਹ ਗਰੁੱਪ ਜਿਹੜਾ ਹੁਣ ਪੰਜਾਂ ਦੇ ਵਿੱਚੋਂ ਇੱਕ ਕੈਨੇਡੀਅਨ ਆ ਇੱਥੇ, ਜਿਹੜਾ ਕਿ ਜਿਹੜਾ 16.9% 5 ਸਾਲ ਪਹਿਲਾਂ ਸੀਗਾ। ਸੋ ਇਹ ਕੈਨੇਡਾ ਅੱਜ ਇਹ ਵੀ ਇੱਕ ਪਹਿਲਾ ਦੇਸ਼ ਆ ਜਿਹੜਾ ਇਸ ਤਰੀਕੇ ਦੇ ਨਾਲ ਸੈਂਸਸ ਦਾ ਡਾਟਾ ਟਰਾਂਸਜੈਂਡਰ ਤੇ ਨੌਨ ਬਾਈਨਰੀ ਲੋਕਾਂ ਦਾ ਵੀ ਪ੍ਰੋਵਾਈਡ ਕਰ ਰਿਹਾ ਆ। ਉਸ ਸੈਂਸਸ ਤੋਂ ਬਾਅਦ ਹੁਣ ਜਿੱਦਾਂ ਇਹਦੇ ਐਨਾਲਿਸਿਸ ਸਾਹਮਣੇ ਆ ਰਹੇ ਆ, ਇਹ ਇੱਕ ਬਹੁਤ ਵੱਡੀ ਗੱਲ ਆ ਜਿਹੜੀ ਸਾਨੂੰ ਕੈਨੇਡਾ ਦੇ ਆਉਣ ਵਾਲੇ ਭਵਿੱਖ ਬਾਰੇ ਵੀ ਦੱਸ ਰਹੀ ਆ। ਤੇ ਕੈਨੇਡਾ ਦੇ ਵਿੱਚ ਕੰਮ ਕਰਨ ਵਾਲੇ ਲੋਕ ਕਿੱਥੋਂ ਕਿਸ ਤਰੀਕੇ ਨਾਲ ਸੱਦੇ ਜਾਣੇ ਆ, ਅਸਿੱਧੇ ਰੂਪ ਦੇ ਵਿੱਚ ਉਹਦੀ ਤਸਵੀਰ ਵੀ ਸਾਡੇ ਸਾਹਮਣੇ ਪੇਸ਼ ਕਰ ਰਹੀ ਆ। ਅਗਲੀ ਖਬਰ ਰਸ਼ੀਆ ਤੇ ਜਿਹੜਾ ਯੂਕਰੇਨ ਦਾ ਯੁੱਧ ਆ ਉਹਦੇ ਸੰਬੰਧ ਦੇ ਵਿੱਚ ਆ। ਰਸ਼ੀਆ ਨੇ ਲੜਾਈ ਦਾ ਇੱਕ ਹੋਰ ਫਰੰਟ ਖੋਲ੍ਹ ਦਿੱਤਾ, ਭਾਵੇਂ ਕਿ ਹਥਿਆਰਾਂ ਨਾਲ ਯੂਕਰੇਨ ਦੇ ਨਾਲ ਲੜ ਰਿਹਾ ਹੈ। ਪਰ ਅੱਜ ਬੁੱਧਵਾਰ ਨੂੰ ਖਬਰ ਇਹ ਆ ਰਹੀ ਹੈ ਕਿ ਯੂਰਪੀਅਨ ਯੂਨੀਅਨ ਦੇ 2 ਦੇਸ਼ਾਂ ਦਾ ਇਹਨੇ ਤੇਲ ਬੰਦ ਕਰ ਦਿੱਤਾ, ਗੈਸ ਉਹਨਾਂ ਨੂੰ ਬੰਦ ਕਰ ਦਿੱਤੀ ਹੈ ਤੇ ਜਿਹਦੇ ਨਾਲ ਇੱਕ ਨਵੀਂ ਲੜਾਈ ਸ਼ੁਰੂ ਹੋ ਗਈ ਹੈ। ਇਹ ਸਾਰਾ ਕੁਝ ਯੂਨਾਈਟਿਡ ਸਟੇਟਸ ਤੇ ਦੂਜੀਆਂ ਵੈਸਟਰਨ ਅਲਾਈਜ਼ ਜਦੋਂ ਆਪਣਾ ਮਿਲਟਰੀ ਦਾ ਸਪਲਾਈ ਯੂਕਰੇਨ ਨੂੰ ਸਪੀਡ ਅਪ ਕਰ ਰਹੇ ਆ, ਜਦੋਂ ਇਹ ਫੈਸਲਾ ਕਰਦੇ ਆ ਕਿ ਉਹਨਾਂ ਨੂੰ ਹੋਰ ਹਥਿਆਰ ਤੇ ਹੋਰ ਸਪਲਾਈ ਦਿੱਤੀ ਜਾਵੇ, ਉਹਦੇ ਤੋਂ ਇੱਕ ਦਿਨ ਬਾਅਦ ਹੀ ਰੂਸ ਇਹ ਫੈਸਲਾ ਕਰਦਾ ਕਿ ਯੂਰਪ ਯੂਨੀਅਨ ਦੇ ਇਹ 2 ਦੇਸ਼ ਨੇ, ਇਹਨਾਂ ਨੂੰ ਅਸੀਂ ਜਿਹੜਾ ਗੈਸ ਆ ਉਹ ਬੰਦ ਕਰ ਦੇਣੀ ਆ। ਤੇ ਇਹਨੂੰ ਜਿਹੜੇ ਯੂਰਪੀਅਨ ਯੂਨੀਅਨ ਲੀਡਰ ਆ ਬਲੈਕਮੇਲ ਕਹਿ ਰਹੇ ਆ ਕਿ ਸਾਨੂੰ ਬਲੈਕਮੇਲ ਕਰ ਰਿਹਾ ਆ। ਜਿਹੜਾ ਵੱਡੇ ਪੱਧਰ ਦੇ ਉੱਤੇ ਇਹ ਕੰਪਨੀਆਂ ਆ ਜਿਹੜੀਆਂ ਇਹਨੂੰ ਸਾਰੇ ਕੁਝ ਨੂੰ ਕੰਟਰੋਲ ਕਰਦੀਆਂ, ਉਹਨਾਂ ਨੇ ਬਲਗਾਰੀਆ ਤੇ ਪੋਲੈਂਡ, ਇਹਨਾਂ ਦੋਵਾਂ ਦਾ ਨੈਚੁਰਲ ਗੈਸ ਕੱਟ ਕਰ ਦਿੱਤੀ ਆ, ਕਿਉਂਕਿ ਇਹਨਾਂ ਨੇ ਰੂਸ ਨੂੰ ਰੂਬਲਸ ਦੇਣ ਤੋਂ ਨਾ ਕਰ ਦਿੱਤੀ ਸੀ ਵਲਾਡੀਮੀਰ ਪੁਤਿਨ ਨੇ, ਜਿਹਦੀ ਕਿ ਡਿਮਾਂਡ ਕੀਤੀ ਸੀ। ਹੁਣ ਇਹ ਇਸ ਕਰਕੇ ਕਹਿੰਦੇ ਕੱਟੀ ਗਈ ਆ। ਤੇ ਇਹਦੇ ਨਾਲ ਇਹ ਵੀ ਸਿੱਧੀ ਗੱਲ ਆ ਕਿ ਹਾਲਾਂਕਿ ਉਹ ਇਮੀਡੀਏਟਲੀ ਕੋਈ ਏਡੀ ਵੱਡੀ ਟਰਬਲ ਇਹਨਾਂ ਦੋਵਾਂ ਦੇਸ਼ਾਂ ਨੂੰ ਰੂਸ ਦੇ ਗੈਸ ਬੰਦ ਕਰਨ ਨਾਲ ਨਹੀਂ ਹੋਣੀ। ਉਹਦਾ ਕਾਰਨ ਇਹ ਆ ਕਿ ਇਹਨਾਂ ਦੇਸ਼ਾਂ ਨੂੰ ਇਹ ਪਤਾ ਸੀ ਪਹਿਲਾਂ ਹੀ, ਪੂਰੇ ਯੂਰਪ ਨੂੰ ਹੀ ਪਤਾ ਆ ਕਿ ਕਿਸੇ ਵੇਲੇ ਵੀ ਰੂਸ ਸਾਡੀ ਸਪਲਾਈ ਬੰਦ ਕਰ ਸਕਦਾ। ਤੇ ਉਹਦੇ ਲਈ ਇਹਨਾਂ ਨੇ ਆਲਟਰਨੇਟਿਵ ਸੋਰਸਿਸ ਪਹਿਲਾਂ ਤੋਂ ਲੱਭਣੇ ਸ਼ੁਰੂ ਕੀਤੇ ਆ ਤੇ ਸ਼ਾਇਦ ਇਹ ਆਲਟਰਨੇਟਿਵ ਸੋਰਸਿਸ ਇਹਨਾਂ ਨੇ ਲੱਭ ਵੀ ਲਏ ਆ। ਇਸ ਕਰਕੇ ਹਜੇ ਇਮੀਡੀਏਟਲੀ ਕੋਈ ਇਹਨਾਂ ਨੂੰ ਵੱਡਾ ਅਸਰ ਪੈਂਦਾ ਨਹੀਂ ਦਿਸਦਾ। ਪਰ ਕਿਉਂਕਿ ਕਈ ਸਾਲਾਂ ਤੋਂ ਲਗਾਤਾਰ ਇਸ ਕੰਟੀਨੈਂਟ ਦੇ ਵਿੱਚ ਲਗਾਤਾਰ ਇੱਧਰੋਂ ਸਪਲਾਈ ਆਉਂਦੀ ਰਹੀ ਆ ਤੇ ਹੁਣ ਇਹ ਕੱਟ ਕਰ ਰਹੇ ਆ, ਤਾਂ ਉਹਦਾ ਵੱਡਾ ਇੱਕ ਅਸਰ ਇਹਦੇ ਉੱਤੇ ਪੈਣ ਦੀ ਸੰਭਾਵਨਾ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਦਿਸ ਰਹੀ ਆ। 27 ਨੇਸ਼ਨ ਜਿਹੜੇ ਯੂਰਪੀਅਨ ਯੂਨੀਅਨ ਦੇ ਆ, ਜਿਹੜੀ ਇੱਕ ਸਪੈਸ਼ਲ ਕੋਆਰਡੀਨੇਸ਼ਨ ਗਰੁੱਪ ਆ, ਉਹ ਇਹਦੇ ਉੱਤੇ ਇਹਦੇ ਇੰਪੈਕਟ ਨੂੰ ਦੇਖਣ ਦੇ ਲਈ ਗੱਲਬਾਤ ਵੀ ਕਰ ਰਹੇ ਆ। ਤੇ ਇਹਦੇ ਨਾਲ ਜਿਹੜੀ ਇੱਕ ਜੀਓਪੋਲਿਟੀਕਲ ਜਿਹੜੀ ਫਾਈਟ ਆ ਇਹਦੇ ਹੋਰ ਤੇਜ਼ ਹੋ ਗਈ ਆ ਇਸ ਥਾਂ ਦੇ ਉੱਤੇ। ਇੱਕ ਪਾਸੇ ਰੂਸ ਸਿੱਧਾ ਲੀਕ ਖਿੱਚ ਕੇ ਪਾਸੇ ਆ ਤੇ ਦੂਜੇ ਪਾਸੇ ਜਿਹੜੀਆਂ ਯੂਰਪੀਅਨ ਯੂਨੀਅਨ ਆ ਤੇ ਹੋਰ ਬਾਕੀ ਦੇਸ਼ ਨੇ। ਹੁਣ ਜਿਹੜੀਆਂ ਇਹ ਸਾਰਾ ਕੁਝ ਜਿਹੜਾ ਜਿੰਨੀ ਇੱਥੋਂ ਸਮਾਨ ਅਸਲਾ ਉਧਰ ਨੂੰ ਜਾ ਰਿਹਾ ਯੂਕਰੇਨ ਵਾਲੇ ਪਾਸੇ ਨੂੰ, ਓਨਾ ਰੂਸ ਉਧਰਲੇ ਪਾਸੇ ਆਪਣੀ ਸਪਲਾਈ ਘਟਾ ਰਿਹਾ ਜਾਂ ਉਹਨਾਂ ਨੂੰ ਰੋਕਣ ਦਾ ਯਤਨ ਕਰ ਰਿਹਾ। ਇਹ ਤੋਂ ਇੱਕ ਦਿਨ ਪਹਿਲਾਂ ਹੀ ਜਿਹੜੇ ਕੁਛ ਧਮਾਕੇ ਸੀਗੇ ਉਹ ਕੁਛ ਕਾਫੀ ਸਾਰੇ ਉੱਥੋਂ ਦੇ ਰੀਜਨਸ ਦੇ ਵਿੱਚ ਦੇਖੇ ਗਏ ਸੀ, ਤੇ ਜਿਹਦਾ ਨਤੀਜਾ ਇਹ ਆ ਕਿ ਹੁਣ ਸ਼ਾਇਦ ਉੱਥੋਂ ਦੇ ਜਿਹੜੇ ਬਹੁਤ ਸਾਰੇ ਬ੍ਰਿਜਸ ਨੇ ਜਾਂ ਰੇਲਰੋਡ ਬ੍ਰਿਜ ਲਿੰਕਿੰਗ ਆ ਜਿਹੜੀ ਯੂਕਰੇਨ ਨੂੰ ਦੂਜੇ ਪੋਰਟ ਦੇ ਨਾਲ ਜੋੜਦੀ ਆ, ਉਹਨਾਂ ਦੇ ਉੱਤੇ ਵੀ ਇਹ ਹਮਲੇ ਹੋ ਰਹੇ ਆ। ਹੁਣ
ਇਹ 2 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਇਹ ਲੜਾਈ ਨੂੰ ਚੱਲਦਿਆਂ। ਤੇ ਹੁਣ ਜਦੋਂ ਰੂਸ ਆਪਣੇ ਕਦੇ ਰਸ਼ੀਆ ਦੇ ਉੱਤੇ ਇਹ ਚਿੰਤਾ ਪੈਂਦੀ ਆ ਕਿ ਬਾਇਓਲੋਜੀਕਲ ਵੈਪਨ ਯੂਜ਼ ਕਰ ਸਕਦਾ, ਕੈਮੀਕਲ ਵੈਪਨ ਯੂਜ਼ ਕਰ ਸਕਦਾ, ਕਦੇ ਖਤਰਾ ਪੈਂਦਾ ਕਿ ਜਿਹੜੇ ਵਲਾਦੀਮੀਰ ਪੁਤਿਨ ਲਗਾਤਾਰ ਪਿਛਲੇ ਦਿਨਾਂ ਤੋਂ ਘੁੰਮ ਰਹੇ ਆ, ਉਹਨਾਂ ਦੇ ਹੱਥ ਦੇ ਵਿੱਚ ਇੱਕ ਬਰੀਫ ਕੇਸ ਆ, ਤੇ ਕਿਹਾ ਇਹ ਵੀ ਜਾਂਦਾ ਕਿ ਇਸ ਬਰੀਫ ਕੇਸ ਦੇ ਵਿੱਚ ਇਹਨਾਂ ਕੋਲੋਂ ਜਿਹੜਾ ਨਿਊਕਲੀਅਰ ਬੰਬ ਆ ਜਾਂ ਪਰਮਾਣੂ ਬੰਬ ਆ ਉਹਦੇ ਕੋਡ ਆ, ਇਹ ਕਿਸੇ ਵੇਲੇ ਵੀ ਚਲਾ ਸਕਦੇ ਆ। ਪਰ ਉਹਨਾਂ ਨੇ ਇੱਕ ਦੂਜਾ ਫਰੰਟ ਲੜਾਈ ਦਾ ਖੋਲ੍ਹ ਰਿਹਾ ਕਿ ਯੂਰਪ ਯੂਨੀਅਨ ਦੇ ਦੇਸ਼ਾਂ ਦੀ ਗੈਸ ਬੰਦ ਹੌਲੀ ਹੌਲੀ ਕਰਕੇ ਕਰਨੀ ਸ਼ੁਰੂ ਕਰ ਦਿੱਤੀ ਆ, ਤੇ ਜੇ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੜਾਈ ਹੋਰ ਵੀ ਖਤਰਨਾਕ ਰੁਖ ਅਖਤਿਆਰ ਕਰ ਸਕਦੀ ਆ, ਤੇ ਸਿੱਧਾ ਸਿੱਧਾ ਜਿਹੜੇ ਦੇਸ਼ ਰੂਸ ਦੇ ਉੱਤੇ ਨਿਰਭਰ ਕਰਦੇ ਆ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਥੋੜ੍ਹੇ ਦਿਨ ਪਹਿਲਾਂ ਅਲਬਰਟਾ ਦੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਸਕੂਲ ਦੇ ਬਾਹਰ ਇੱਕ ਬੱਸ ਦੀ ਉਡੀਕ ਕਰਦਾ ਨੌਜਵਾਨ, ਉਹਦੀ ਕੁਛ ਬੱਚਿਆਂ ਨੇ ਉੱਥੇ ਜਿਹੜੀ ਹੱਤਿਆ ਕਰ ਦਿੱਤੀ। ਉਹਨਾਂ ਨੂੰ ਚਾਰਜ ਕੀਤਾ ਗਿਆ। ਇੱਕ ਕੁੜੀ ਸੀ ਉਹਨਾਂ ਦੇ ਵਿੱਚ, ਬਾਕੀ ਮੁੰਡੇ ਸੀਗੇ ਸਾਰੇ 16 ਸਾਲ ਤੋਂ ਘੱਟ ਉਮਰ ਦੇ ਸੀਗੇ। ਹੁਣ ਇਹਦੇ ਤੋਂ ਬਾਅਦ ਇੱਕ ਸੈਂਟਰਲ ਅਲਬਰਟਾ ਦੀ ਸਕੂਲ ਡਿਵੀਜ਼ਨ ਆ, ਉਹ ਕਹਿ ਰਹੇ ਆ ਕਿ ਕਾਉਂਸਲਿੰਗ ਕਰ ਰਹੇ ਆ ਸਟੂਡੈਂਟਸ ਤੇ ਸਟਾਫ ਦੀ, ਕਿਉਂਕਿ ਇੱਕ 16 ਸਾਲਾ ਬੱਚੇ ਨੂੰ ਉੱਥੇ ਲਾਇਬ੍ਰੇਰੀ ਦੇ ਵਿੱਚ ਚਾਕੂ ਮਾਰੇ ਗਏ ਆ ਲੰਘੇ ਸੋਮਵਾਰ। ਲਗਾਤਾਰ ਇਹ ਘਟਨਾਵਾਂ ਸਕੂਲਾਂ ਦੇ ਵਿੱਚ ਕਿਉਂ ਵੱਧ ਰਹੀਆਂ ਕਿ ਇੱਕ ਬੱਚੇ ਨੂੰ ਮਾਰ ਦਿੱਤਾ ਜਾਂਦਾ, ਤੇ ਇਹ ਦੂਜੀ ਘਟਨਾ ਜਿਹਦੇ ਵਿੱਚ ਹੁਣ ਇੱਕ ਬੱਚੇ ਦੇ ਚਾਕੂ ਮਾਰ ਦਿੱਤੇ ਗਏ ਆ। ਤੇ ਭਾਵੇਂ ਕਿ ਹੁਣ ਜਿਹੜੇ ਇਹ ਬੱਚੇ ਦੇ ਚਾਕੂ ਵੱਜੇ ਆ, ਦੱਸਦੇ ਆ ਕਿ ਇਹਦੀ ਹਾਲਤ ਕਾਫੀ ਸਥਿਰ ਆ। 16 ਸਾਲਾਂ ਦਾ ਇਹ ਨੌਜਵਾਨ ਆ, ਤੇ ਉਹਦੇ ਜਿਹੜੇ ਸਕੂਲ ਮੇਟਸ ਹੈਗੇ ਆ ਉਹਨਾਂ ਨੂੰ ਚਾਰਜ ਕੀਤਾ ਗਿਆ ਅਟੈਂਪਟ ਮਰਡਰ ਦੇ ਵਿੱਚ ਤੇ ਅਗਰੈਸਿਵ ਅਸੌਲਟ ਦੇ ਵਿੱਚ, ਜਦੋਂ ਉਹਨਾਂ ਨੇ ਪਿਜਨ ਲੇਕ ਰੀਜਨਲ ਸਕੂਲ ਦੇ ਵਿੱਚ ਜਿਹੜਾ 80 ਕਿਲੋਮੀਟਰ ਦੂਰ ਐਡਮਿੰਟਨ ਦੇ ਸਾਊਥ ਵੈਸਟ ਨੂੰ ਇੱਕ ਥਾਂ ਦੇ ਉੱਤੇ ਫੋਲਨ ਦੇ ਵਿੱਚ ਉਸ ਇਹਨਾਂ ਨੌਜਵਾਨਾਂ ਨੂੰ ਚਾਰਜ ਕੀਤਾ ਗਿਆ। ਬਾਅਦ ਦੇ ਵਿੱਚ ਕਸਟਡੀ ਦੇ ਵਿੱਚੋਂ ਉਹਨੂੰ ਛੱਡ ਦਿੱਤਾ ਗਿਆ। ਮੰਗਲਵਾਰ ਬਾਅਦ ਦੁਪਹਿਰ ਨੂੰ ਉਹਦੀ ਨੈਕਸਟ ਜਿਹੜੀ ਕੋਰਟ ਅਪੀਅਰੈਂਸ ਆ ਉਹ 1 ਜੂਨ ਨੂੰ ਦੱਸੀ ਜਾ ਰਹੀ ਆ, ਕੋਰਟ ਦੇ ਵਿੱਚ ਉਹਦੀ ਹੋਊਗੀ। ਤੇ ਉੱਥੋਂ ਦੇ ਜਿਹੜੇ ਲੋਕ ਨੇ, ਜਿਹੜੇ ਐਜੂਕੇਟਰ ਨੇ, ਉਹ ਇਹ ਕਹਿ ਰਹੇ ਕਿ ਅਸੀਂ 39-40 ਸਾਲ ਹੋ ਗਏ ਇੱਦਾਂ ਪੜ੍ਹਾਉਂਦਿਆਂ ਨੂੰ, ਪਰ ਪਹਿਲੀ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ। ਜਿਹੜੇ ਸਕੂਲ ਦੀ ਸੁਪਰਡੈਂਟ ਨੇ ਉਹਨਾਂ ਨੇ ਵੀ ਇਹ ਗੱਲਬਾਤ ਕਹੀ ਆ ਵੀ ਇਹ ਬਹੁਤ ਇੱਕ ਚਿੰਤਾ ਪੈਦਾ ਕਰਨ ਵਾਲੀ ਗੱਲ ਆ। ਐਕਸਪੀਰੀਅੰਸ ਜਿਹੜੀ ਕਮਿਊਨਿਟੀ ਆ ਉਹ ਐਡੇ ਵੱਡੇ ਟਰਾਮੇ ਦੇ ਵਿੱਚ ਆ ਕਿ ਉਹਨਾਂ ਨੂੰ ਸਮਝ ਲਈ ਆ ਰਿਹਾ ਕਿ ਸਕੂਲਾਂ ਦੇ ਵਿੱਚ ਹੋ ਕੀ ਰਿਹਾ। 250 ਸਕੂਲ ਉੱਥੇ ਬੱਚਾ 250 ਸਟੂਡੈਂਟ ਪੜ੍ਹਦੇ ਆ 7ਵੀਂ ਤੋਂ ਲੈ ਕੇ 12ਵੀਂ ਤੱਕ ਪਿਜਨ ਲੇਕ ਰੀਜਨਲ ਸਕੂਲ ਦੇ ਵਿੱਚ। ਹੁਣ ਜਿਹੜੇ ਕਲਾਸਿਸ ਆ ਉੱਥੇ ਚੱਲ ਰਹੀਆਂ, ਤੇ ਬਹੁਤ ਸਾਰੇ ਬੱਚੇ ਤੇ ਬਹੁਤ ਸਾਰੇ ਸਟਾਫ ਨੇ ਲਾਇਬ੍ਰੇਰੀ ਦੇ ਵਿੱਚ ਇਹ ਸਟੈਬਿੰਗ ਦੇਖੀ ਹੈ ਜਿਸ ਤਰੀਕੇ ਦੇ ਨਾਲ ਉੱਥੇ ਕੀਤੀ ਗਈ ਆ। ਹੁਣ ਉਹ ਕਾਉਂਸਲਿੰਗ ਦਾ ਇੱਕ ਪ੍ਰੋਸੈਸ ਚੱਲ ਰਿਹਾ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਮਝਾਇਆ ਜਾਵੇ। ਤੇ ਥੋੜ੍ਹੇ ਦਿਨ ਪਹਿਲਾਂ ਐਡਮਿੰਟਨ ਦੇ ਵਿੱਚ 6 ਜਣੇ, 6 ਮੁੰਡੇ ਤੇ ਇੱਕ ਕੁੜੀ, ਉਮਰ 14 ਤੋਂ 17 ਸਾਲ ਸੀ, ਉਹਨਾਂ ਦੇ ਉੱਤੇ ਚਾਰਜ ਲਾਏ ਗਏ ਸੈਕੰਡ ਡਿਗਰੀ ਮਰਡਰ ਦੇ, ਜਦੋਂ 16 ਸਾਲਾ ਨੌਜਵਾਨ ਨੂੰ ਉਹਨਾਂ ਨੇ ਹਾਈ ਸਕੂਲ ਦੇ ਨੇੜੇ ਮਹੀਨਾ ਕੁ ਪਹਿਲਾਂ ਜਿਹੜਾ ਕਰਨਵੀਰ ਸਹੋਤਾ ਉਹਦਾ ਨਾਂ ਸੀ, ਉਹਨੂੰ ਮਾਰ ਦਿੱਤਾ ਤੇ ਹਸਪਤਾਲ ਦੇ ਵਿੱਚ ਉਹਦੀ ਮੌਤ ਹੋ ਗਈ। 8 ਅਪ੍ਰੈਲ ਨੂੰ ਮਕੈਲੇ ਹਾਈ ਸਕੂਲ ਦੇ ਨੇੜੇ ਉਹਦੇ ਉੱਤੇ ਹਮਲਾ ਹੋਇਆ ਸੀ। ਇਹ ਦੂਜੀ ਘਟਨਾ ਇਹਨੇ ਐਡਮਿੰਟਨ ਦੇ ਵਿੱਚ, ਐਡਮਿੰਟਨ ਦੇ ਨੇੜੇ ਤੇੜੇ ਤੇ ਪੂਰੇ ਅਲਬਰਟਾ ਦੇ ਵਿੱਚ ਸਕੂਲ ਸਿਸਟਮ ਦੇ ਉੱਤੇ ਬਹੁਤ ਸਾਰੇ ਸਵਾਲ ਪੈਦਾ ਕਰ ਦਿੱਤੇ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ, ਇਸ ਤਰ੍ਹਾਂ ਦਾ ਗੁੱਸਾ, ਇਸ ਤਰ੍ਹਾਂ ਦੀ ਗਰੁੱਪਬਾਜ਼ੀ ਇਹਨਾਂ ਸਕੂਲਾਂ ਦੇ ਵਿੱਚ ਕਿਉਂ ਬਣ ਰਹੀ ਹੈ ਜਿਹੜੀ ਕਿਸੇ ਨੂੰ ਮੌਤ ਤੱਕ ਵੀ ਪਹੁੰਚਾ ਦਿੰਦੀ ਆ। ਇੱਕ ਖਬਰ ਕਨਫੈਡਰੇਟ ਫਲੈਗ ਬਾਰੇ। ਕਨਫੈਡਰੇਟ ਫਲੈਗ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਔਰ ਇਹਦੇ ਉੱਤੇ ਹੁਣ ਬਹਿਸ ਵੀ ਛਿੜੀ ਆ ਵੀ ਕਾਨੂੰਨ ਬਦਲਣੇ ਚਾਹੀਦੇ ਆ ਜਾਂ ਬਣਨੇ ਚਾਹੀਦੇ ਆ ਕਿ ਨਹੀਂ ਹੋਣੇ ਚਾਹੀਦੇ। ਮਾਮਲਾ ਕੀ ਆ? ਕਨਫੈਡਰੇਟ ਫਲੈਗ ਇੱਕ ਉਹ ਝੰਡਾ ਆ ਜਿਹੜਾ 1860 ਤੋਂ ਲੈ ਕੇ 1861 ਦੇ ਵਿੱਚ 11 ਜਿਹੜੀਆਂ ਦੱਖਣੀ ਜਿਹੜੀਆਂ ਸਟੇਟਸ ਸੀਗੀਆਂ ਅਮਰੀਕਾ ਦੇ ਵਿੱਚ, ਇਹਨਾਂ ਨੇ ਆਪਣੇ ਆਪ ਨੂੰ ਵੱਖਰਾ ਕਰ ਲਿਆ ਸੀ ਕਿਉਂਕਿ ਇਹ ਜਿਹੜੀ ਗੁਲਾਮੀ ਦੀ ਪ੍ਰਥਾ ਆ, ਇੰਸਟੀਟਿਊਸ਼ਨ ਆਫ ਸਲੇਵਰੀ, ਉਹਦੀ ਕਨਫੈਡਰੇਟ ਸਟੇਟਸ ਆਫ ਅਮਰੀਕਾ ਬਣਾਉਣੇ ਚਾਹੁੰਦੇ ਸੀ ਤੇ ਇਹਨੂੰ ਉਹ ਜਿਹੜੀ ਗੁਲਾਮੀ ਸੀ ਉਹਨੂੰ ਉਸੇ ਤਰ੍ਹਾਂ ਜਾਰੀ ਰੱਖਣਾ ਚਾਹੁੰਦੇ ਸੀ। ਲੜਾਈ ਤੋਂ ਬਾਅਦ ਇੱਕ ਫਲੈਗ ਅਡਾਪਟ ਕੀਤਾ ਗਿਆ ਜਿਹਨੂੰ ਸਦਰਨ ਹੈਰੀਟੇਜ ਕਿਹਾ ਗਿਆ ਤੇ ਉਸੇ ਵੇਲੇ ਹੀ ਇਸੇ ਫਲੈਗ ਨੂੰ ਗੁਲਾਮੀ ਤੇ ਵਾਈਟ ਸੁਪਰਮੇਸੀ ਦਾ ਪ੍ਰਤੀਕ ਵੀ ਦੱਸਿਆ ਗਿਆ, ਵੀ ਭਾਵ ਰੇਸ ਦੇ ਆਧਾਰ ਦੇ ਉੱਤੇ ਇੱਕ ਖਾਸ ਰੰਗ ਦਾ ਝੰਡਾ 1860-61 ਦੇ ਵਿੱਚ ਅਮਰੀਕਾ ਦੀਆਂ ਕੁਝ ਸਟੇਟਸ ਨੇ ਅਡਾਪਟ ਕੀਤਾ ਵੀ ਅਸੀਂ ਕਿਉਂਕਿ ਸਾਡੀ ਚਮੜੀ ਦਾ ਰੰਗ ਚਿੱਟਾ ਆ ਇਸ ਕਰਕੇ ਅਸੀਂ ਸੁਪੀਰੀਅਰ ਹਾਂ ਤੇ ਇਹ ਸਾਡਾ ਝੰਡਾ ਆ। ਹੁਣ ਅੱਜ ਦੇ ਸਮੇਂ ਦੇ ਵਿੱਚ ਉਹ ਝੰਡੇ ਨੂੰ ਬਹੁਤ ਬਦਨਾਮੀ ਦਾ ਕਾਰਨ ਮੰਨਿਆ ਜਾਂਦਾ, ਮਤਲਬ ਉਹਨੂੰ ਠੀਕ ਨਹੀਂ ਮੰਨਿਆ ਜਾਂਦਾ ਕਿ ਇਹ ਜਿਹੜੀ ਵਾਈਟ ਸੁਪਰਮੇਸੀ ਆ ਉਹਨੂੰ ਤੇ ਕਾਲੇ ਲੋਕਾਂ ਦੀ, ਕਾਲੇ ਮੂਲ ਦੇ ਲੋਕਾਂ ਦੀ ਮੌਤ ਨੂੰ ਜਾਂ ਉਹਨਾਂ ਦੀ ਗੁਲਾਮੀ ਨੂੰ ਜਾਰੀ ਰੱਖਣ ਦਾ ਇੱਕ ਚਿੰਨ੍ਹ ਬਣ ਗਿਆ। ਤੇ ਇਹਦਾ ਮਾਮਲਾ ਹੁਣ ਫਿਰ ਇੱਕ ਵਾਰੀ ਸਾਹਮਣੇ ਆਇਆ
ਕਿ ਕਨਫੈਡਰੇਟ ਫਲੈਗ ਹੈਮਿਲਟਨ ਦੇ ਨੇੜੇ ਇੱਕ ਘਰ ਦੇ ਵਿੱਚ ਜਿਹੜਾ ਲਹਿਰਾ ਰਿਹਾ ਆ, ਤੇ ਜੇ ਇਹ ਝੰਡਾ ਉੱਥੇ ਲਹਿਰਾ ਰਿਹਾ ਤਾਂ ਇਹਦਾ ਮਤਲਬ ਬੜਾ ਸਪਸ਼ਟ ਆ ਕਿ ਜਿਹੜਾ ਘਰ ਦੇ ਵਿੱਚ ਰਹਿਣ ਵਾਲਾ ਆ ਉਹ ਇਸ ਗੱਲ ਨੂੰ ਮੰਨਦਾ ਆ ਕਿ ਇਹ ਦੂਜੇ ਇਨਫੀਰੀਅਰ ਹੁੰਦੇ ਆ ਤੇ ਅਸੀਂ ਸੁਪੀਰੀਅਰ ਆ ਕਿਉਂਕਿ ਸਾਡੀ ਚਮੜੀ ਦਾ ਰੰਗ ਚਿੱਟਾ ਹੈ, ਤੇ ਸਿੱਧਾ ਸਿੱਧਾ ਰੇਸਿਜ਼ਮ ਦਾ ਇਹ ਪ੍ਰਤੀਕ ਦੱਸਿਆ ਜਾ ਰਿਹਾ। ਜਿਹੜਾ ਕੌਨਵਾਏ ਫਰੀडम ਕੌਨਵਾਏ ਆਟਵਾ ਦੇ ਵਿੱਚ ਗਿਆ ਸੀ, ਉੱਥੇ ਵੀ ਬਹੁਤ ਸਾਰੇ ਲੋਕਾਂ ਦੇ ਹੱਥ ਵਿੱਚ ਇਹ ਕਨਫੈਡਰੇਟ ਫਲੈਗ ਸੀਗੇ ਜਿਹਦੇ ਉੱਤੇ ਬਹੁਤ ਸਾਰੇ ਸਵਾਲ ਉੱਠੇ ਸੀਗੇ। ਤਾਂ ਹੁਣ ਉਹਨਾਂ ਦੇ ਨੇੜੇ ਰਹਿਣ ਵਾਲੇ ਇਸ ਹੈਮਿਲਟਨ ਦੇ ਘਰ ਦੇ ਬਾਹਰ ਜਿੱਥੇ ਝੰਡਾ ਝੂਲ ਰਿਹਾ ਆ, ਉਹਦੇ ਨੇੜੇ ਰਹਿਣ ਵਾਲੇ ਲੋਕ ਡਰੇ ਆ। ਉਹ ਕਹਿੰਦੇ ਵੀ ਇਹਦਾ ਮਤਲਬ ਸਿੱਧਾ ਆ ਕਿ ਇਹ ਜਿਹੜਾ ਰੇਸ਼ਲਾਈਜ਼ ਕੀਤਾ ਜਾ ਰਿਹਾ ਇਹ ਸਾਰੇ ਕੁਛ ਨੂੰ, ਤੇ ਸਾਡੇ ਬੱਚੇ ਜਿਹੜੇ ਆ ਕੀ ਉਹਨਾਂ ਨੂੰ ਇਸ ਤਰ੍ਹਾਂ ਨਫ਼ਰਤ ਦਾ ਸਾਹਮਣਾ ਕਰਨਾ ਪਊਗਾ। ਜਿਹੜੇ ਲੋਕ ਜਿਨ੍ਹਾਂ ਦੀ ਚਮੜੀ ਚਿੱਟੀ ਨਹੀਂ ਆ ਉਹਨਾਂ ਨੂੰ ਇਸ ਤਰ੍ਹਾਂ ਦੀ ਨਫ਼ਰਤ ਦਾ ਸਾਹਮਣਾ ਕਰਨਾ ਪਊਗਾ। ਤੇ ਉਹ ਕਹਿੰਦੇ ਅਸੀਂ ਮਤਲਬ ਇਹਨੂੰ ਇੱਕ ਡਰ ਦੇ ਮਾਹੌਲ ਦੇ ਵਿੱਚ ਇੱਥੇ ਰਹਿ ਰਹੇ ਹਾਂ। ਲੋਕਾਂ ਨੇ ਉੱਥੇ ਕੁਛ ਨਿਊਜ਼ ਏਜੰਸੀ ਦੇ ਨਾਲ ਗੱਲਬਾਤ ਕਰਕੇ ਦੱਸਿਆ ਆ ਇਸ ਘਰ ਦੇ ਨੇੜੇ ਰਹਿਣ ਵਾਲਿਆਂ ਨੂੰ। ਸੋ ਕਨਫੈਡਰੇਟ ਬੈਟਲ ਫਲੈਗ ਜਿਹੜਾ US ਸਿਵਲ ਵਾਰ ਦੇ ਵਿੱਚ ਜਿਹੜਾ ਨੋਟੋਰੀਅਸਲੀ ਉਹਨੂੰ ਮਤਲਬ ਕੀਤਾ ਗਿਆ ਸੀਗਾ ਜਨਰਲ ਰੋਬਰਟ ਈ ਲੀ ਨੇ, ਤੇ ਉਹਦੇ ਉੱਤੇ ਫਿਰ ਇੱਕ ਪੂਰਾ ਮਤਲਬ ਪੂਰੇ ਦਾ ਪੂਰਾ ਇਹ ਸਿੰਬਲ ਉਹਦਾ ਬਣ ਗਿਆ ਸੀਗਾ। ਤੇ ਹੁਣ ਹੈਮਿਲਟਨ ਦੇ ਸਿਟੀ ਕੌਂਸਲਰ ਨੇ ਇਹ ਵੋਟ ਕੀਤੀ ਸੀ ਕਿ ਇਸ ਫਲੈਗ ਨੂੰ ਬੈਨ ਕਰ ਦਿੱਤਾ ਜਾਵੇ, ਤੇ ਨਾਲ ਹੀ ਜਿਹੜਾ ਨਾਜ਼ੀ ਸਵਾਸਤਿਕਾ ਦਾ ਉਹ ਨਿਸ਼ਾਨ ਆ ਉੱਥੇ ਵੀ ਇਹਨੂੰ ਘੱਟੋ ਘੱਟ ਇਹ ਹੇਟ ਸਿੰਬਲ ਵਜੋਂ ਕਲਾਸੀਫਾਈ ਕਰ ਦਿੱਤਾ ਜਾਵੇ ਕਿ ਜਿਹੜਾ ਬੰਦਾ ਵੀ ਕਨਫੈਡਰੇਟ ਫਲੈਗ ਜਾਂ ਸਵਾਸਤਿਕਾ ਦਾ ਨਿਸ਼ਾਨ ਜਿਹੜਾ ਨਾਜ਼ੀ ਸਵਾਸਤਿਕਾ ਦਾ ਨਿਸ਼ਾਨ ਆ ਉਹਨੂੰ ਸਾਹਮਣੇ ਲੈ ਕੇ ਆਉਂਦਾ ਹੈ ਤਾਂ ਉਹਨੂੰ ਇੱਕ ਹੇਟ ਦੇ ਸਿੰਬਲ ਵਜੋਂ ਦੇਖਿਆ ਜਾਵੇ। ਪੁਲਿਸ ਇਸ ਗੱਲ ਨੂੰ ਐਕਨੋਲੇਜ ਕਰ ਰਹੀ ਆ ਕਿ ਇਹਨੂੰ ਅਸੀਂ ਕੋਈ ਕ੍ਰਿਮੀਨਲ ਅਫੈਂਸ ਨਹੀਂ ਕਹਿ ਰਹੇ, ਕਿ ਜੇ ਕੋਈ ਬੰਦਾ ਘਰ ਦੇ ਉੱਤੇ ਕਨਫੈਡਰੇਟ ਫਲੈਗ ਆਪਣੀ ਪ੍ਰੋਪਰਟੀ ਦੇ ਉੱਤੇ ਲਾ ਲੈਂਦਾ ਆ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਕਿ ਇਹ ਕ੍ਰਾਈਮ ਤਾਂ ਹੀ ਬਣ ਸਕਦਾ ਆ ਜੇ ਇਨਵੈਸਟੀਗੇਸ਼ਨ ਦੇ ਵਿੱਚੋਂ ਕੋਈ ਗੱਲ ਸਾਹਮਣੇ ਆਉਂਦੀ ਆ ਕਿ ਇਹ ਫਲੈਗ ਦਾ ਲਹਿਰਾਇਆ ਜਾਣਾ ਘਰ ਦੇ ਉੱਤੇ ਨਫ਼ਰਤ ਤੋਂ ਮੋਟੀਵੇਟਡ ਆ। ਹੁਣ ਹੈ ਤੇ ਨਫ਼ਰਤ ਹੀ, ਪਰ ਉਹਨੂੰ ਕਿਉਂਕਿ ਕਾਨੂੰਨੀ ਰੂਪ ਦੇ ਵਿੱਚ ਉਸ ਤਰੀਕੇ ਨਾਲ ਕਿਹਾ ਨਹੀਂ ਜਾ ਸਕਦਾ, ਪਰ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਇਹਨੂੰ ਲੈ ਕੇ ਜਿਹੜੀ ਚਿੰਤਾ ਵੀ ਆ। ਕੈਨੇਡੀਅਨ ਐਂਟੀ ਹੇਟ ਨੈਟਵਰਕ ਹੈਮਿਲਟਨ ਏਰੀਆ ਦੇ ਵਿੱਚ ਐਂਟੀ ਰੇਸਿਜ਼ਮ ਕੋਅਲੀਸ਼ਨ ਜਿਹੜਾ ਹੈਮਿਲਟਨ ਦੇ ਨੇੜੇ ਤੇੜੇ ਆ ਉਹ ਇਹਦੇ ਬਾਰੇ ਹੁਣ ਕੁਛ ਨਾ ਕੁਛ ਕਰਨ ਦੇ ਯਤਨ ਕਰ ਰਹੇ ਆ ਕਿ ਕੀ ਐਕਸੈਪਟੇਬਲ ਹੈਗਾ ਆ ਜਾਂ ਕੀ ਇਹਨੂੰ ਤੁਸੀਂ ਜਿਹੜਾ ਨਫ਼ਰਤ ਕਹੋਗੇ। ਤੇ ਪਰ ਕੈਪੀਟਾ ਇੱਥੇ ਜਿਹੜੀ ਕ੍ਰਾਈਮ ਆ ਉਹਦਾ ਕੀ ਸਟੇਟਸ ਆ ਇਸ ਵੇਲੇ, ਤੇ ਕੀ ਅਸੀਂ ਹੁਣ ਗੁਲਾਮੀ ਨੂੰ ਸੈਲੀਬ੍ਰੇਟ ਕਰਾਂਗੇ, ਕਾਲੇ ਮੂਲ ਦੇ ਲੋਕਾਂ ਦੀ ਮੌਤ ਨੂੰ ਸੈਲੀਬ੍ਰੇਟ ਕਰਾਂਗੇ ਇਹਨਾਂ ਝੰਡਿਆਂ ਦੇ ਨਾਲ, ਉਹ ਵੀ ਅੱਜ 2022 ਦੇ ਵਿੱਚ ਅਸੀਂ ਲੋਕਾਂ ਨੂੰ ਇਹ ਦੱਸਾਂਗੇ ਕਿ ਇਹ ਲੋਕ ਜਿਹੜੇ ਅਸੀਂ ਸੁਪੀਰੀਅਰ ਆ ਤੇ ਬਾਕੀ ਲੋਕ ਇਨਫੀਰੀਅਰ ਆ। ਪੁਲਿਸ ਇਹਨੂੰ ਇਸ ਝੰਡੇ ਨੂੰ ਘਰ ਦੇ ਉੱਤੋਂ ਥੱਲੇ ਨਹੀਂ ਕਰ ਸਕਦੀ। ਹੈਮਿਲਟਨ ਪੁਲਿਸ ਦੇ ਜਿਹੜੇ ਸਪੋਕਸਪਰਸਨ ਨੇ ਉਹਨਾਂ ਨੇ ਦੱਸਿਆ ਕਿ ਇਹ ਸੋਸ਼ਲ ਮੀਡੀਆ ਦੇ ਉੱਤੇ ਉਹ ਕਹਿੰਦੇ ਅਸੀਂ ਪੋਸਟ ਦੇਖੀਆਂ, ਇਸ ਘਰ ਦੇ ਵਿੱਚ ਵੀ ਗਏ ਆ ਤੇ ਉਹ ਜਿਹੜਾ ਕੋਈ ਲੈਜਿਸਲੇਸ਼ਨ ਹੀ ਨਹੀਂ ਹੈ, ਇਸ ਤਰ੍ਹਾਂ ਦਾ ਕਾਨੂੰਨ ਹੀ ਨਹੀਂ ਹੈ ਕਿ ਇਹਨੂੰ ਝੰਡੇ ਨੂੰ ਉੱਥੋਂ ਥੱਲੇ ਕਰ ਲਿਆ ਜਾਵੇ। ਤੇ ਜਦੋਂ ਉੱਥੇ ਘਰ ਦੇ ਉੱਤੇ ਗਏ ਆ ਤੇ ਉਹ ਵੀ ਇਹ ਜਿਹੜੇ ਘਰ ਦੇ ਵਿੱਚ ਰਹਿਣ ਵਾਲੇ ਆ ਉਹ ਵੀ ਇਸ ਗੱਲਬਾਤ ਬਾਰੇ ਕਹਿ ਰਹੇ ਆ ਕਿ ਅਸੀਂ ਕੋਈ ਵੀ ਨਫ਼ਰਤ ਨਹੀਂ ਫੈਲਾ ਰਹੇ, ਸਾਡੀ ਮਰਜ਼ੀ ਹੈ, ਅਸੀਂ ਇੱਕ ਆਜ਼ਾਦ ਮੁਲਕ ਦੇ ਵਿੱਚ ਰਹਿ ਰਹੇ ਹਾਂ ਤੇ ਸਾਨੂੰ ਹੱਕ ਆ ਕਿ ਅਸੀਂ ਜਿਹੜੀ ਮਰਜ਼ੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਰੱਖ ਸਕੀਏ, ਤੇ ਇਹ ਅਸੀਂ ਆਪਣੇ ਘਰ ਦੇ ਉੱਤੇ ਜੋ ਮਰਜ਼ੀ ਕਰ ਸਕਦੇ ਹਾਂ। ਸੋ ਵੀ ਅਸੀਂ ਜਿਹੜੀ ਕਿ ਇਹ ਸਾਡੀ ਚੋਇਸ ਆ ਕਿ ਅਸੀਂ ਆਜ਼ਾਦੀ ਦੇ ਲਈ ਇਹਨੂੰ ਲਹਿਰਾ ਰਹੇ ਹਾਂ ਤੇ ਅਸੀਂ ਇੱਕ ਆਜ਼ਾਦ ਦੇਸ਼ ਦੇ ਵਿੱਚ ਰਹਿ ਰਹੇ ਹਾਂ। ਤੇ ਹੁਣ ਉਹ ਕਹਿੰਦੇ ਮੇਰੇ ਕੋਲ ਆਪਣਾ ਰਾਈਟ ਆ ਇਸ ਗੱਲ ਦਾ, ਮੈਂ ਕੋਈ ਵੀ ਓਫੈਂਸਿਵ ਨਹੀਂ ਆ। ਤੇ ਇਹ ਗੱਲਬਾਤ ਨੇ ਹੁਣ ਇੱਕ ਨਵਾਂ ਵਿਵਾਦ ਜਿਹੜਾ ਛੇੜ ਦਿੱਤਾ ਆ ਕਿ ਇਹਦੇ ਵੇਲੇ ਜਾਂ ਤਾਂ ਕੋਈ ਕਾਨੂੰਨ ਆਵੇ ਇਹਨੂੰ ਰੋਕਣ ਦੇ ਲਈ, ਤੇ ਜਾਂ ਫਿਰ ਇਹਨੂੰ ਕੀ ਨਫ਼ਰਤ ਦੇ ਸਿੰਬਲ ਨੂੰ ਇਸੇ ਤਰ੍ਹਾਂ ਲਹਿਰਾਇਆ ਜਾ ਸਕਦਾ। ਕੁਝ ਦਿਨ ਪਹਿਲਾਂ ਤੁਹਾਡੇ ਨਾਲ ਡਾਊਨਟਾਊਨ ਈਸਟ ਸਾਈਡ ਵੈਨਕੂਵਰ ਦੀ ਆਪਾਂ ਗੱਲਬਾਤ ਕੀਤੀ ਸੀ ਕਿ ਕੈਨੇਡਾ ਪੋਸਟ ਨੇ ਉੱਥੇ ਚਿੱਠੀਆਂ ਵੰਡਣ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਸ ਇਲਾਕੇ ਦੇ ਵਿੱਚ ਕ੍ਰਾਈਮ, ਸੈਕਸ ਵਰਕਰ ਦੇ ਇਸ਼ੂਜ਼, ਉੱਥੇ ਡਰੱਗ ਤੇ ਅਸੌਲਟ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਸੀ। 2 ਬਲਾਕ ਦੇ ਵਿੱਚ ਚਿੱਠੀਆਂ ਨਹੀਂ ਸੀ ਵੰਡ ਰਿਹਾ 23 ਮਾਰਚ ਤੋਂ ਲੈ ਕੇ। ਹੁਣ ਉਹ ਕਹਿੰਦੇ ਟੈਂਪਰੇਰੀਲੀ ਅਸੀਂ ਰਿਜ਼ਿਊਮ ਕਰ ਰਹੇ ਹਾਂ। ਕੱਲ੍ਹ ਬੁੱਧਵਾਰ ਨੂੰ ਉੱਥੋਂ ਦੇ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਦਿੱਤਾ, ਮੁਜ਼ਾਹਰਾ ਕੀਤਾ, ਪ੍ਰਦਰਸ਼ਨ ਕੀਤਾ ਵੀ ਸਾਡਾ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਕੈਨੇਡਾ ਦੇ ਸਭ ਤੋਂ ਇੱਕ ਵਧੀਆ ਸ਼ਹਿਰ ਦੇ ਵਿੱਚ ਸਾਨੂੰ ਚਿੱਠੀਆਂ ਨਹੀਂ ਮਿਲ ਰਹੀਆਂ, ਵੀ ਜਿਹੜਾ ਇੱਕ ਹੈਲਥ ਸੇਫਟੀ ਦਾ ਇਸ਼ੂ ਕਹਿ ਕੇ ਇਹਨਾਂ ਚਿੱਠੀਆਂ ਨੂੰ ਦੇਣ ਤੋਂ ਨਾਂਹ ਕੀਤੀ ਗਈ, ਵੀ ਸਾਡਾ ਜਿਹੜਾ ਮੁੱਢਲਾ ਅਧਿਕਾਰ ਆ ਉਹ ਹੀ ਨਹੀਂ ਸਾਨੂੰ ਦਿੱਤਾ ਜਾ ਰਿਹਾ। ਸੋ ਹੁਣ ਜਿਹੜਾ 0 ਤੋਂ 100 ਬਲਾਕ ਤੱਕ ਈਸਟ ਹੇਸਟਿੰਗ ਸਟਰੀਟ ਦੇ ਉੱਤੇ, ਕਰਲ ਸਟਰੀਟ ਤੇ ਮੇਨ ਸਟਰੀਟ ਦੇ ਵਿੱਚ 23 ਮਾਰਚ ਤੋਂ ਬਾਅਦ ਕੋਈ ਚਿੱਠੀ ਨਹੀਂ ਵੰਡੀ ਗਈ। ਹੁਣ
ਜਿਹੜੇ ਆਵਰਸ ਆ ਉਹ ਐਕਸਟੈਂਡ ਕਰ ਦਿੱਤੇ ਗਏ ਆ ਵੁੱਡਲੈਂਡ ਡਰਾਈਵ ਫੈਸਿਲਿਟੀ ਦੇ ਉੱਤੇ, ਜਿਹੜੇ 10 ਤੋਂ ਲੈ ਕੇ 6 ਵਜੇ ਤੱਕ ਹੋਣਗੇ, ਤਾਂ ਕਿ ਜਿਹੜੇ ਰੈਜ਼ੀਡੈਂਟਸ ਨੇ ਉਹ ਇੱਥੋਂ ਚਿੱਠੀਆਂ ਚੱਕ ਸਕਣ। ਇਹਦਾ ਮਤਲਬ ਇਹ ਆ ਕਿ ਹੁਣ ਹਾਲਾਂਕਿ ਲੰਬੇ ਸਮੇਂ ਲਈ ਇਹਦਾ ਪਰਮਾਨੈਂਟ ਸੋਲੂਸ਼ਨ ਲੱਭਿਆ ਜਾ ਰਿਹਾ। ਇਹ ਵੀ ਜਿਹੜੇ ਉਹਨਾਂ ਦੇ ਐਡਵੋਕੇਟ ਨੇ ਉਹਨਾਂ ਨੇ ਕਿਹਾ ਕਿ ਮੇਲ ਜਿਹੜੀ ਆ ਉਹ ਹਿਊਮਨ ਰਾਈਟ ਆ। ਤੇ ਕੱਲ੍ਹ ਰੈਲੀ ਕੀਤੀ ਗਈ ਡਾਊਨਟਾਊਨ ਈਸਟ ਸਾਈਡ ਦੇ ਵਿੱਚ, ਉੱਥੋਂ ਦੇ ਲੋਕਾਂ ਨੇ ਐਡਵੋਕੇਟ ਇਕੱਠੇ ਹੋਏ ਇੰਟਰਸੈਕਸ਼ਨ ਜਿਹੜੀ ਹੇਸਟਿੰਗ ਸਟਰੀਟ ਤੇ ਮੇਨ ਸਟਰੀਟ ਦੇ ਉੱਤੇ ਮੇਲ ਡਿਲੀਵਰੀ ਸਸਪੈਂਸ਼ਨ ਦੇ ਵਿਰੋਧ ਦੇ ਵਿੱਚ ਜਦੋਂ ਇਹ ਪ੍ਰਦਰਸ਼ਨ ਹੋਇਆ, ਤਾਂ ਉਹਦੇ ਤੋਂ ਬਾਅਦ ਹੁਣ ਜਿਹੜਾ ਆ ਇਹਨੂੰ ਟੈਂਪਰੇਰਲੀ ਰਿਜ਼ਿਊਮ ਕਰ ਦਿੱਤਾ ਗਿਆ, ਭਾਵ ਉੱਥੇ ਕੈਨੇਡਾ ਪੋਸਟ ਚਿੱਠੀਆਂ ਵੰਡੂਗੀ। ਲਗਾਤਾਰ ਤੁਹਾਨੂੰ ਪਤਾ ਕਿ ਇੱਥੇ ਬਹੁਤ ਸਾਰੇ ਓਵਰਲੈਪਿੰਗ ਇਸ਼ੂਸ ਨੇ ਸਾਲਾਂ ਤੋਂ, ਜਿਹੜੀ ਗਰੀਬੀ ਵੀ ਆ, ਹੋਮਲੈਸਨੈਸ ਵੀ ਆ, ਡਰੱਗ ਪੋਇਜ਼ਨਸ ਕ੍ਰਾਈਸਿਸ ਵੀ ਵੱਖਰਾ ਆ। ਤੇ ਕਿਉਂਕਿ ਇਹ ਚਿੱਠੀਆਂ ਉੱਥੇ ਨਾ ਵੰਡਣ ਦੇ ਨਾਲ ਹੈਲਥ ਸੇਫਟੀ ਇਸ਼ੂ ਦੇ ਕਹਿ ਕੇ ਉੱਥੇ ਜਿਹੜੇ ਲੋਕਾਂ ਦੇ ਵੈਲਫੇਅਰ ਚੈੱਕ ਆਉਂਦੇ ਆ ਉਹ ਨਹੀਂ ਮਿਲੇ। ਬਹੁਤੇ ਲੋਕਾਂ ਦਾ ਉੱਥੇ ਗੁਜ਼ਾਰਾ ਹੀ ਇਸ ਚੀਜ਼ ਦੇ ਉੱਤੇ ਆ। ਸੋ ਉਹਨਾਂ ਨੂੰ 14 ਬਲਾਕ ਪਰ੍ਹੋਂ ਜਾ ਕੇ ਇਹ ਸਾਰਾ ਕੁਝ ਚੱਕਣਾ ਪੈਂਦਾ ਆ। ਤੇ ਕੈਨੇਡਾ ਪੋਸਟ ਜਿਹੜੇ ਕਹਿ ਰਹੀ ਹੈ ਕਿ ਇਹਨਾਂ ਦੇ ਲੋਕਾਂ ਨੂੰ ਹੁਣ ਉੱਥੇ ਜਾ ਕੇ ਆਪਣੀ ਆਇਡੈਂਟੀਟੀ ਦਿਖਾਉਣੀ ਪਊਗੀ। ਸੋ ਹੁਣ ਇਹਨੂੰ ਟੈਂਪਰੇਰਲੀ ਰਿਜ਼ਿਊਮ ਕਰ ਲਿਆ ਗਿਆ ਆ। ਤੇ ਚਾਰਟਰ ਆਫ ਰਾਈਟਸ ਤੇ ਫਰੀडम ਤੇ ਕੈਨੇਡੀਅਨ ਹਿਊਮਨ ਰਾਈਟਸ ਐਕਟ ਦੇ ਤਹਿਤ ਲੋਕਾਂ ਜਿਹੜੇ ਡਿਸੇਬਿਲਿਟੀ ਦੇ ਵਿੱਚ ਨੇ ਉਹਨਾਂ ਨੂੰ ਡਿਸਕ੍ਰਿਮੀਨੇਸ਼ਨ ਤੋਂ ਬਚਾਉਣਾ ਵੀ ਇੱਕ ਫਰਜ਼ ਆ ਕਿ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਡਿਸਕ੍ਰਿਮੀਨੇਸ਼ਨ ਨਾ ਹੋ ਜਾਵੇ। ਤੇ ਜੇ ਉਹਨਾਂ ਨੂੰ ਇਹ ਡਾਕ ਸਮੇਂ ਸਿਰ ਨਹੀਂ ਮਿਲਦੀ ਤਾਂ ਸਿੱਧੇ ਤੌਰ 'ਤੇ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ। ਕੈਨੇਡਾ ਦੇ ਵਿੱਚ ਘਰਾਂ ਦੇ ਕਿਰਾਏ ਇੱਕ ਵੱਡੀ ਸਮੱਸਿਆ ਬਣਦੇ ਜਾ ਰਹੇ ਆ। ਘਰਾਂ ਦੀਆਂ ਕੀਮਤਾਂ ਪਿਛਲੇ ਲੰਬੇ ਸਮੇਂ ਦੇ ਵਿੱਚ ਇੱਕ ਸਮੱਸਿਆ ਰਹੀਆਂ। ਕੀਮਤਾਂ ਲਗਾਤਾਰ ਉੱਤੇ ਜਾ ਰਹੀਆਂ। ਹੁਣ ਮਾਰਚ ਦੇ ਵਿੱਚ ਜਾ ਕੇ ਸੇਲ ਵੀ ਘਟੀ ਆ ਤੇ ਘਰਾਂ ਦੀਆਂ ਕੀਮਤਾਂ ਵੀ ਥੋੜ੍ਹੀਆਂ ਬਹੁਤੀਆਂ ਥੱਲੇ ਆਈਆਂ। ਪਰ ਪਿਛਲੇ ਸਮੇਂ ਦੇ ਨਾਲੋਂ ਹੁਣ ਜਿਹੜੇ ਹਾਲਾਤ ਕੈਨੇਡਾ ਦੇ ਵਿੱਚ ਘਰਾਂ ਦੀਆਂ ਕੀਮਤਾਂ ਦੇ ਬਣੇ ਆ ਉਹ ਬਹੁਤ ਡਰਾਉਣੇ ਨੇ। 2016 ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ 3 ਬੈਡਰੂਮ ਤੇ 2 ਬਾਥਰੂਮ ਦਾ ਇੱਕ ਘਰ ਗਰਾਜ ਦੇ ਨਾਲ ਜੇ ਸਟ੍ਰੈਟਫੋਰਡ ontario ਦੇ ਨੇੜੇ ਜਿਹੜਾ ਦੇਖਿਆ ਜਾਵੇ ਤਾਂ ਇਹਦਾ ਕਿਰਾਇਆ $1300 ਸੀ। ਇੱਕ ਔਰਤ ਨੇ ਆਪਣੀ ਕਹਾਣੀ ਦੱਸੀ ਹੈ ਕਿ $1300 ਦੇ ਉੱਤੇ ਰਹਿ ਰਹੀ ਸੀ। ਉਹਨੂੰ ਪਤਾ ਲੱਗਿਆ ਕਿ ਘਰ ਵਾਲੇ ਵਾਪਸ ਆ ਰਹੇ ਆ ਤੇ ਉਹਨਾਂ ਨੂੰ ਆਪਣਾ ਘਰ ਵਾਪਸ ਚਾਹੀਦਾ ਤੇ ਉਹਨੇ ਬਾਹਰ ਇਹ ਲੱਭਣਾ ਸ਼ੁਰੂ ਕੀਤਾ। ਤੇ ਜਦੋਂ ਉਹ ਬਾਹਰ ਜਾ ਕੇ ਇਹ ਹਾਲਾਤ ਦੇਖ ਰਹੀ ਆ ਤਾਂ ਉੱਥੇ ਘਰਾਂ ਦੀਆਂ ਕੀਮਤਾਂ ਕਿੰਨੇ ਗੁਣਾ ਵੱਧ ਚੁੱਕੀਆਂ। ਜਿਹਦਾ ਉਹ 1300 ਕਿਰਾਇਆ ਦੇ ਰਹੀ ਆ $1300, ਉਹਨੂੰ ਉਹਦੇ ਤੋਂ ਘੱਟ ਥਾਂ ਮਤਲਬ 2 ਬੈਡਰੂਮ ਵੀ $2000 ਦੇ ਵਿੱਚ ਮਿਲ ਰਹੇ ਆ। ਲਗਾਤਾਰ ਸ਼ਹਿਰ ਦੇ ਵਿੱਚ ਵੱਧਦੇ ਕਿਰਾਏ ਇੱਕ ਸਮੱਸਿਆ ਬਣੀ ਹੈ ਪਿਛਲੇ 6 ਮਹੀਨਿਆਂ ਦੇ ਵਿੱਚ। ਜਿਸ ਤਰ੍ਹਾਂ ਡਾਊਨਟਾਊਨ ਸਾਈਡ ਦੇ ਵਿੱਚ ਟੋਰਾਂਟੋ ਦੇ ਵਿੱਚ ਤੇ ਵੈਨਕੂਵਰ ਦੇ ਵਿੱਚ ਘਰਾਂ ਦੀਆਂ ਜਿਹੜੀਆਂ ਕੀਮਤਾਂ ਦੇ ਨਾਲ ਕਿਰਾਏ ਵਧੇ ਆ, ਉਹਨਾਂ ਨੇ ਇੱਕ ਬਹੁਤ ਵੱਡੀ ਸਮੱਸਿਆ ਪੈਦਾ ਕੀਤੀ ਹੈ। ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ੍ਹ ਘੁੰਮ ਰਹੀਆਂ ਆ ਜਿਨ੍ਹਾਂ ਦੇ ਵਿੱਚ ਲੋਕ ਇਸ ਗੱਲ ਦੇ ਲਈ ਕਹਿ ਰਹੇ ਆ ਕਿ ਤੁਸੀਂ $2800 ਆਪਣੀਆਂ ਬੇਸਮੈਂਟਾਂ ਦਾ ਕਿਰਾਇਆ ਮੰਗ ਰਹੇ ਆ। ਸਿੰਗਲ ਫੈਮਿਲੀ ਹੋਮ, ਟਾਊਨ ਹੋਮ, ਕੋਮਡੋ, ਅਪਾਰਟਮੈਂਟ, ਸਾਰਾ ਕੁਝ ਜਿਹੜਾ ਉਹਦੀ ਮੰਥਲੀ ਰੈਂਟਲ ਰੇਟਸ, ਐਵਰੇਜ ਮੰਥਲੀ ਰੈਂਟਲ ਰੇਟਸ ਜਿਹੜੇ ਉਹ ਵੱਧ ਚੁੱਕੇ ਆ। ਲੋਕ ਸਮੱਸਿਆ ਦੇ ਵਿੱਚ ਹੈਗੇ ਆ ਜਿਨ੍ਹਾਂ ਨੂੰ ਘਰ ਨਹੀਂ ਮਿਲ ਰਿਹਾ ਕਿ ਘਰ ਉਹਨਾਂ ਨੇ ਕਿੱਦਾਂ ਲੈਣੇ ਆ ਇੱਥੇ। ਪਰ ਜਿਹੜੇ ਆਲਰੇਡੀ ਘਰਾਂ ਦੇ ਵਿੱਚ ਰਹਿ ਰਹੇ ਆ ਤੇ ਜੇ ਕਿਸੇ ਨੂੰ ਕੋਈ ਚੇਂਜ ਕਰਕੇ, ਕਿਉਂਕਿ ਘਰ ਦੇ ਵਿੱਚ ਰਹਿੰਦੇ ਹੋ ਤੁਸੀਂ ਕਿਰਾਏ ਦੇ ਉੱਤੇ, ਤਾਂ ਫੇਰ ਰੈਂਟ ਇੱਕ ਸਰਟਨ ਅਮਾਊਂਟ ਤੱਕ ਹੀ ਕਾਨੂੰਨ ਦੇ ਤਹਿਤ ਵਧਾਇਆ ਜਾ ਸਕਦਾ। ਪਰ ਜੇ ਕਿਤੇ ਤੁਹਾਨੂੰ ਉਹ ਘਰ ਬਦਲਣਾ ਪੈ ਜਾਂਦਾ ਤਾਂ ਫਿਰ ਲੋਕਾਂ ਦੇ ਬਜਟ ਜਿਹੜੇ ਆ ਉਹ ਹਿੱਲ ਰਹੇ ਆ। ਜਿੰਨਾ ਉਹ ਪਹਿਲਾਂ ਲੰਬੇ ਸਮੇਂ ਤੋਂ ਰੈਂਟ ਪੇ ਕਰਦੇ ਆ ਰਹੇ ਆ ਉਹਦੇ ਤੋਂ ਕਿਤੇ ਜ਼ਿਆਦਾ ਉਹਨਾਂ ਨੂੰ ਰੈਂਟ ਪੇ ਕਰਕੇ ਵੀ ਉੱਦਾਂ ਦੀ ਜਗ੍ਹਾ ਨਹੀਂ ਮਿਲ ਰਹੀ। ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਆ। ਇਸ ਵੇਲੇ ਘਰਾਂ ਦੀ ਮਾਰਕੀਟ ਕਿੱਧਰ ਨੂੰ ਜਾ ਰਹੀ ਆ? ਕੀ ਘਰ ਮਹਿੰਗੇ ਹੋ ਰਹੇ ਆ, ਸਸਤੇ ਹੋ ਰਹੇ ਆ? ਅਸੀਂ ਉਹਦੇ ਬਾਰੇ ਹਮੇਸ਼ਾ ਗੱਲਬਾਤ ਤੁਹਾਡੇ ਨਾਲ ਕਰਦੇ ਰਹਿੰਦੇ ਹਾਂ। ਅੱਜ ਕੀ ਅਪਡੇਟ ਆ, ਇਸ ਵੇਲੇ ਸਥਿਤੀ ਕੀ ਆ, ਗੱਲਬਾਤ ਕਰਨ ਦੇ ਲਈ ਅਸੀਂ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਹੋਣਾ ਨਾਲ ਹਾਜ਼ਰ ਹੋਏ ਹਾਂ। ਡਾਕਟਰ ਸਾਹਿਬ, ਹੁਣ ਕੰਮ ਕੁਛ ਘਟਿਆ ਆ, ਰੀਅਲਟਰਾਂ ਦਾ ਘੱਟ ਸਰਗਰਮੀ ਹੋ ਰਹੀ ਆ, ਘਰ ਘੱਟ ਵਿਕ ਰਹੇ ਆ ਜਾਂ ਕੀ ਸਥਿਤੀ ਹੈ ਜੀ? ਬਿਲਕੁਲ ਜੀ, ਜਿਸ ਤਰ੍ਹਾਂ ਮਾਰਕੀਟ ਇਸ ਵੇਲੇ ਪਹਿਲਾਂ ਵਾਂਗ ਤੇਜ਼ ਨਹੀਂ ਹੈ। ਸੋ ਜਿਹੜੇ ਤਾਂ ਫੁੱਲ ਟਾਈਮ ਰੈਲਟਰ ਨੇ ਉਹ ਤਾਂ ਆਪਣੇ, ਕਿਉਂਕਿ ਉਹਨਾਂ ਦਾ ਪੇਸ਼ਾ ਹੀ ਪਹਿਲਾਂ ਇਹ ਆ, ਉਹ ਤਾਂ ਟਿਕਾ ਨਾਲ ਬੈਠੇ ਨੇ। ਜਿਹੜੇ ਇੱਕ ਹਵਾ ਦੇ ਬੁੱਲੇ ਵਾਂਗੂ ਆਏ ਸੀ ਉਹ ਉਵੇਂ ਹੁਣ ਵਾਪਸ ਵੀ ਜਾ ਰਹੇ ਨੇ। ਫਰਕ ਹੁੰਦਾ ਕਿਉਂਕਿ ਕਈਆਂ ਨੇ ਤਾਂ ਚਾਈ ਰੀਅਲ ਸਟੇਟ ਦਾ ਇਹ ਸੋਚਿਆ ਜਦੋਂ ਮਾਰਕੀਟ ਤੱਤੀ ਸੀ ਵੀ ਤਵਾ ਗਰਮ ਹੈ ਅਤੇ ਆਪਾਂ ਫਟਾਫਟ ਰੋਟੀਆਂ ਲਾ ਲੈਂਦੇ ਹਾਂ। ਪਰ ਹੁਣ ਪਤਾ ਲੱਗਦਾ ਕਿ ਅਸਲ ਦੇ ਵਿੱਚ ਜਿਹੜਾ ਇਹ ਕੰਮ ਹੈ ਇਹ ਕੋਈ ਪਾਰਟ ਟਾਈਮ ਜੋਬ ਨਹੀਂ ਹੈ, ਇਹ ਪੂਰਾ ਧਿਆਨ ਮੰਗਦੀ ਹੈ ਅਤੇ ਇਸ 'ਤੇ ਆਪਣੇ ਆਪ ਨੂੰ ਕੇਂਦਰਿਤ ਕਰਕੇ ਕਰਨਾ ਚਾਹੀਦਾ। ਸੋ ਕਈ ਵਾਰ ਕੱਚ ਘੱਟ ਕਿਸਮ ਦੀ ਪਹੁੰਚ ਵਾਲੇ ਜਿਹੜੇ ਲੋਕ ਹੁੰਦੇ ਨੇ ਉਹ ਚਲੰਤ ਕਿਸਮ ਦੇ ਢੰਗ ਦੇ ਨਾਲ ਗਰਮ ਮਾਰਕੀਟ ਦੇ ਵਿੱਚ ਤਾਂ ਸਰਗਰਮ ਰਹਿੰਦੇ ਨੇ।
ਹੁਣ ਉਹ ਪਰੇ ਹਟ ਰਹੇ ਨੇ। ਪਰ ਇਹਦੇ ਬਾਵਜੂਦ ਜਿਹੜੇ ਲੰਮੇ ਸਮੇਂ ਤੋਂ ਜਾਂ ਅੱਜ ਵੀ ਜਿਹੜੇ ਸੁਲਝੇ ਨਵੇਂ ਨੌਜਵਾਨ ਵਰਗ ਦੇ ਆ ਰਹੇ ਨੇ, ਉਹ ਇਸ ਨੂੰ ਇਸ ਤਰ੍ਹਾਂ ਲੈ ਰਹੇ ਨੇ ਕਿ ਰਾਤੋਂ ਰਾਤ ਜਿਹੜਾ ਹੈ ਅਮੀਰ ਬਣਨ ਦਾ ਤਰੀਕਾ ਨਹੀਂ ਹੈ। ਰੀਅਲ ਸਟੇਟ ਇੱਕ ਸੰਜੀਦਾ ਕਿਸਮ ਦੀ ਪਹੁੰਚ ਹੈ, ਜਿੱਥੇ ਹਰ ਕੋਈ ਆਪਣਾ ਸਾਰੀ ਉਮਰ ਦੀ ਕਮਾਈ ਤੁਹਾਡੀ ਝੋਲੀ 'ਚ ਪਾਉਂਦਾ ਹੈ, ਅਤੇ ਤੁਸੀਂ ਇਉਂ ਨਹੀਂ ਕਿ ਆਪਣਾ ਕਮਿਸ਼ਨ ਬਣਾਇਆ ਅਤੇ ਤੁਰਦੇ ਬਣੇ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਹੁਣ ਉਹੀ ਟਿਕਣਗੇ ਰੈਲਟਰ ਜਿਹੜੇ ਗੰਭੀਰ ਨੇ, ਸੰਜੀਦਾ ਨੇ, ਜਾਂ ਜਿਹੜੇ ਆਪਣੇ ਕਲਾਇੰਟਸ ਦੇ ਨਾਲ ਲੰਮੇ ਸੰਬੰਧਾਂ ਦੇ ਵਿੱਚ ਵਿਚਰਦੇ ਨੇ। ਸੋ ਇਹਦਾ ਮਤਲਬ ਇਹ ਕਿ ਵੀ ਸਮਝਿਆ ਜਾਵੇ ਵੀ ਮਾਰਕੀਟ ਠੰਡੀ ਹੋ ਚੁੱਕੀ ਆ, ਘਰ ਨਹੀਂ ਵਿਕ ਰਹੇ। ਸਮਝਿਆ ਕਿ ਜੀ ਇਹ ਤਾਂ ਤੱਥ ਹੈ। ਪਿਛਲੇ ਹੁਣ ਲਗਾਤਾਰ ਕੁਝ ਹਫ਼ਤਿਆਂ ਤੋਂ ਇਸ ਨਮੂਨੇ ਨੂੰ ਅਸੀਂ ਦੇਖ ਰਹੇ ਹਾਂ ਕਿ ਮਾਰਕੀਟ ਦੇ ਵਿੱਚ ਇਨਵੈਂਟਰੀ ਹੁਣ ਆ ਰਹੀ ਨੇ, ਘਰ ਵੀ ਆ ਰਹੇ ਨੇ। ਵਿਕਰੇਤਾ ਜਿਹੜੇ ਆ ਉਹ ਘਰਾਂ 'ਚ ਵੜ ਚੁੱਕੇ ਨੇ। ਉਹਨਾਂ ਨੂੰ ਇਉਂ ਜਾਪਦਾ ਕਿ ਹੁਣ ਇਹ ਟਾਈਮ ਨਹੀਂ ਹੈ ਘਰ ਲੈਣ ਦਾ, ਜਿੱਥੇ ਕਿ ਕਿਤੇ ਨਾ ਕਿਤੇ ਕੁਤਾਹੀ ਵੀ ਹੈ, ਕਿਉਂਕਿ ਖਰੀਦਣ ਦਾ ਸਮਾਂ ਉਦੋਂ ਹੁੰਦਾ ਜਦੋਂ ਮਾਰਕੀਟ ਜਿਹੜੀ ਹੈ ਇੱਕ ਬਾਇਰ ਦੀ ਜਿਸ ਤਰ੍ਹਾਂ ਦੀ ਹੁੰਦੀ ਹੈ ਕਿ ਚੀਜ਼ਾਂ ਬਹੁਤ ਨੇ, ਸਪਲਾਈ ਬਹੁਤ ਹੈ, ਅਤੇ ਡਿਮਾਂਡ ਜਿਹੜੀ ਹੈ ਉਸ ਵੇਲੇ ਉਨੀ ਨਹੀਂ ਹੈ। ਉਸ ਵੇਲੇ ਜੇਕਰ ਤੁਸੀਂ ਵਧੀਆ ਕੀਮਤ 'ਤੇ ਖਰੀਦ ਸਕਦੇ ਹੋ ਤਾਂ ਇੱਕ ਸੁਨਹਿਰੀ ਮੌਕਾ ਹੁੰਦਾ। ਪਰ ਸਾਡੇ ਕਈ ਵਾਰ ਸੁਭਾਅ ਦਾ ਇਹ ਹਿੱਸਾ ਹੁੰਦਾ, ਜਿਵੇਂ ਖੁੰਡਾਂ 'ਤੇ ਚਰਚਾ ਕਰਨੀ, ਸੱਥਾਂ 'ਚ ਬੈਠ ਕੇ ਚਰਚਾ ਕਰਨੀ, ਉੱਥੇ ਸਾਰੇ ਸਿਰੇ ਦੇ ਵਿਦਵਾਨ ਹੁੰਦੇ ਆ। ਕਈਆਂ ਨੂੰ ਜਿੰਨਾ ਕੁ ਪਤਾ ਹੁੰਦਾ ਉਹ ਇੱਕ ਇੱਦਾਂ ਕੋਈ ਨਾ ਕੋਈ ਗੱਲ ਕਰ ਦਿੰਦਾ, 5-7 ਉਵੇਂ ਚੱਲ ਪੈਂਦੇ ਆ। ਆਪਣੀ ਬੁੱਧੀ ਨੂੰ, ਦਿਮਾਗ ਨੂੰ ਅਤੇ ਆਪਣੀ ਜੇਬ ਨੂੰ ਸਮਝੋ, ਵਿਚਾਰੋ ਅਤੇ ਫਿਰ ਕਦਮ ਚੁੱਕੋ। ਮੈਨੂੰ ਜਾਪਦਾ ਕਿ ਇਹੋ ਜਿਹੀ ਮਾਰਕੀਟ ਬਾਇਰ ਲਈ ਸਹੀ ਮਾਰਕੀਟ ਹੈ। ਇਸ ਵੇਲੇ ਹੁਣ ਸਥਿਤੀ ਕੀ ਆ, ਤੇ ਜੇ ਘਰਾਂ ਦੀਆਂ ਕੀਮਤਾਂ ਵੀ ਘਟੀਆਂ ਆ ਤੇ ਸੇਲ ਵੀ ਘਟੀ ਆ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਥੱਲੇ ਜਾਣ ਦੀ ਸੰਭਾਵਨਾ ਕੋਈ ਅੰਦਾਜ਼ਾ ਲਾਇਆ ਜਾ ਸਕਦਾ? ਇੱਕ ਲਿਮਿਟ ਹੁੰਦੀ ਹੈ ਹਰੇਕ ਚੀਜ਼ ਦੀ। ਇੱਕ ਤਾਂ ਉਹ ਇਨਵੈਸਟਰ ਨੇ, ਡਿਵੈਲਪਰ ਨੇ, ਜਾਂ ਕੋਈ ਵੀ ਨੇ, ਉਹਨਾਂ ਦੇ ਇੱਕ ਖਾਸ ਦਾਇਰੇ ਨੇ ਕਿ ਉਹ ਅਫੋਰਡ ਨਹੀਂ ਕਰ ਸਕਦੇ। ਜਿਨ੍ਹਾਂ ਨੇ ਪ੍ਰਾਈਵੇਟ ਮੌਰਗੇਜ ਚੱਕੀ ਹੈ, ਵੀ ਲੈਂਡਰ ਤੋਂ ਪੈਸੇ ਲਏ ਨੇ, ਉਹ ਤਾਂ ਮਜਬੂਰ ਨੇ। ਪਰ ਜਿਨ੍ਹਾਂ ਨੇ ਆਪਣੇ ਰਹਿਣ ਵਾਸਤੇ ਉਹ ਥਾਂ ਬਣਾਇਆ, ਉਹ ਮਜਬੂਰ ਨਹੀਂ। ਉਹ ਬਦਲ ਜ਼ਰੂਰ ਸਕਦੇ ਨੇ, ਇੱਕ ਪ੍ਰਾਪਰਟੀ ਵੇਚ ਕੇ ਹੋਰ ਲੈ ਸਕਦੇ ਨੇ, ਪਰ ਉਹਨਾਂ ਨੂੰ ਇੱਕ ਖਾਸ ਹੱਦ ਤੋਂ ਬਾਅਦ ਮਹਿਸੂਸ ਹੋਣਾ ਕਿ ਇਸ ਤੋਂ ਥੱਲੇ ਜੇਕਰ ਅਸੀਂ ਵੇਚਦੇ ਹਾਂ ਤਾਂ ਸਾਨੂੰ ਇਹ ਖਰਾ ਨਹੀਂ ਹੈ ਸੌਦਾ, ਸਾਡੇ ਲਈ ਇਹ ਵਾਰਾ ਨਹੀਂ ਖਾਂਦਾ। ਉਹਨਾਂ ਨੇ ਕੀ ਕਰਨਾ? ਉਹਨਾਂ ਨੇ ਕਹਿਣਾ ਮਾਰਕੀਟ 'ਚੋਂ ਪ੍ਰਾਪਰਟੀ ਕੱਢ ਲਓ। ਜਦੋਂ ਪ੍ਰਾਪਰਟੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ, ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਫਿਰ ਜਿਹੜੀ ਹੈ ਡਿਮਾਂਡ ਜਿਹੜੀ ਵੱਧ ਜਾਣੀ ਹੈ, ਸਪਲਾਈ ਘਟ ਜਾਣੀ ਹੈ। ਸੋ ਇਹ ਸੰਤੁਲਨ ਵਿਗੜਨ ਦੇ ਨਾਲ ਹੀ ਫਿਰ ਬਾਇਰ ਵੀ ਬਾਹਰ ਨਿਕਲਣਗੇ, ਫਿਰ ਕੰਪੀਟੀਸ਼ਨ ਵਧੇਗਾ। ਸੋ ਮੈਨੂੰ ਇਹ ਜਾਪਦਾ ਹੈ ਕਿ ਜਿਸ ਤਰੀਕੇ ਨਾਲ ਇਸ ਵੇਲੇ ਸਮਾਂ ਹੈ, ਉਸ ਸਮੇਂ ਦੇ ਮੁਤਾਬਕ ਸੈਲਰ ਨੇ ਘੱਟ ਕੀਮਤਾਂ ਦਾ ਇੱਕ ਦਾਇਰਾ ਮਿਥਿਆ ਹੋਇਆ ਕਿ ਜਿੰਨਾ ਕੁ ਉਹਨੂੰ ਲਾਗਤ ਕੀਮਤ ਤੋਂ ਕੁਛ ਨਫਾ ਮਿਲ ਜਾਂਦਾ ਹੈ, ਪਰ ਉਸ ਤੋਂ ਬਾਅਦ ਉਹ ਨਿਸ਼ਚਿਤ ਕਰ ਲੈਂਦਾ ਕਿ ਇਸ ਤੋਂ ਸਸਤੀ ਪ੍ਰਾਪਰਟੀ ਨਹੀਂ ਵੇਚਣੀ ਅਨਲੈਸ ਉਹਦੀ ਕੋਈ ਵੱਡੀ ਮਜਬੂਰੀ ਨਾ ਹੋਵੇ। ਹੁਣ ਜਦੋਂ ਮਾਰਕੀਟ ਤੇਜ਼ ਸੀਗੀ, ਲਾਈਨਾਂ ਲੱਗੀਆਂ ਸੀ ਲੋਕਾਂ ਦੀਆਂ, ਜਿਹੜੇ ਓਪਨ ਹਾਊਸਿਸ ਦੇ ਵਿੱਚ ਵੀ, ਹੁਣ ਕੀਮਤਾਂ ਘਟ ਗਈਆਂ। ਹੁਣ ਉਹ ਬਾਇਰ ਕਿੱਥੇ ਗਿਆ? ਕੀ ਉਹ ਬਾਇਰ ਖਤਮ ਹੋ ਗਏ, ਉਹ ਸਾਰੀ ਸੰਤੁਸ਼ਟ ਹੋ ਗਏ, ਜਾਂ ਅਜੇ ਹੋਰ ਉਡੀਕ ਕਰ ਰਿਹਾ ਵੀ ਹੋਰ ਘਟਣਗੇ? ਕਿਤੇ ਨਹੀਂ ਗਏ, ਇੱਥੇ ਹੀ ਆ, ਪ੍ਰਚਾਰ ਦਾ ਹੀ ਹੈ। ਕਈ ਵਾਰ ਪ੍ਰਚਾਰ ਸਿਰੇ ਦਾ ਹੋ ਜਾਂਦਾ ਵੀ ਜੀ ਗਿਆ ਸਭ ਕੁਛ, ਕਈ ਵਾਰ ਹੁੰਦਾ ਮਿਲਣਾ ਹੀ ਨਹੀਂ ਕੁਛ। ਅੱਗੇ ਇਹੋ ਜਿਹਾ ਚੱਲਿਆ ਵੀ ਕੱਖ ਨਹੀਂ ਮਿਲਣਾ, ਇੱਕ ਦੂਜੇ ਦੇ ਉੱਤੋਂ ਦੀ ਹੋ ਗਏ। ਆਪਣਾ ਐਨਾਲਿਸਿਸ ਘੱਟ ਕੀਤਾ ਹੁੰਦਾ, ਵਿਸ਼ਲੇਸ਼ਣ। ਜਿਵੇਂ ਹੁਣ ਤੁਸੀਂ ਚੈਨਲ ਦੇ ਮਾਧਿਅਮ ਰਾਹੀਂ ਬਾਰੀਕੀ ਦੇ ਨਾਲ ਸਮੇਂ-ਸਮੇਂ ਦੱਸ ਰਹੇ ਹੋ, ਲੋਕਾਂ ਨੂੰ ਪਤਾ ਲੱਗ ਰਿਹਾ। ਬਾਇਰ ਵੀ ਇੱਥੇ ਆ, ਖਰੀਦਦਾਰ ਖਤਮ ਨਹੀਂ ਹੋਏ। ਜਿਹੜੇ ਇਸ ਵੇਲੇ ਬੇਸਮੈਂਟਾਂ 'ਚ ਬੈਠੇ ਆ, ਉਹਨਾਂ ਨੇ ਕੁਛ ਨਾ ਕੁਛ ਤਾਂ ਲੈਣਾ ਹੀ ਆ। ਆਰੰਭ ਦੇ ਵਿੱਚ ਉਹ ਅਪਾਰਟਮੈਂਟ ਲੈਣਗੇ, ਉਦੋਂ ਅੱਗੇ ਟਾਊਨ ਹਾਊਸ ਲੈਣਗੇ, ਟਾਊਨ ਹਾਊਸ ਵਾਲੇ ਘਰ ਲੈਣਗੇ, ਠੀਕ ਹੈ। ਹੁਣ ਉਹਨਾਂ ਨੂੰ ਸਿਰਫ ਇਹੀ ਹੈ ਕਿ ਯਾਰ ਕੀਮਤਾਂ ਆ ਪਿਛਲੇ 2 ਮਹੀਨਿਆਂ 'ਚ ਘਟੀਆਂ ਅਤੇ ਹੁਣ ਹੋਰ ਘਟਣਗੀਆਂ, ਹੋਰ ਘਟਣਗੀਆਂ। ਇਸੇ ਚੱਕਰ ਦੇ ਵਿੱਚ ਕਈ ਵਾਰ ਵਧੀਆ ਸੌਦੇ ਅਸੀਂ ਗਵਾ ਲੈਂਦੇ ਹਾਂ, ਜਦ ਕਿ ਚਾਹੀਦਾ ਇਹ ਹੈ ਕਿ ਹੁਣ ਜਿਹੜਾ ਸਮਾਂ, ਉਸ ਸਮੇਂ ਦੇ ਵਿੱਚ ਜਿਹੜੇ ਬਾਇਰ ਘਰਾਂ 'ਚ ਬੈਠੇ ਨੇ, ਜਿਹੜੇ ਬਾਹਰ ਨਿਕਲਣ ਦੇ ਲਈ, ਜਿਨ੍ਹਾਂ ਨੂੰ ਇਉਂ ਲੱਗਦਾ ਜਦੋਂ ਤੁਸੀਂ ਹੁਣ ਵਧੀਆ ਡੀਲ ਵੀ ਮਿਲ ਰਹੀ ਹੈ, ਪਹਿਲਾਂ ਅੱਜ ਤੋਂ 2 ਮਹੀਨੇ ਪਹਿਲਾਂ ਉਹ ਨੇੜੇ ਤੇੜੇ ਵੀ ਨਹੀਂ ਸੀ, ਅੱਜ ਜਦੋਂ ਵਧੀਆ ਮਿਲ ਰਹੀ, ਉਹ ਕਹਿੰਦੇ ਠਹਿਰ ਜੋ ਜੀ ਹੋਰ ਘਟ ਜਾਣਗੇ। ਕਿਉਂਕਿ ਉਹਨਾਂ ਦੇ ਜਿਹੜੇ ਉਹਨਾਂ ਨੂੰ ਸਲਾਹਕਾਰ ਕਮੇਟੀ ਹੈ ਨਾ, ਉਹਨਾਂ ਦੇ ਆਲੇ ਦੁਆਲੇ ਜਿਹੜੇ ਚਰਚਾ ਵਾਲੇ, ਉਹਨਾਂ ਨੂੰ ਜ਼ਿਆਦਾ ਰੈਲਟਰ ਤੋਂ ਜ਼ਿਆਦਾ ਗਿਆਨ ਹੁੰਦਾ, ਉਹ ਜ਼ਿਆਦਾ ਸੋਝੀ ਰੱਖਦੇ ਨੇ। ਉਹ ਕਈ ਵਾਰ ਐਸੀਆਂ ਗੱਲਾਂ ਛੱਡ ਦਿੰਦੇ ਨੇ ਜਿਨ੍ਹਾਂ ਗੱਲਾਂ ਦਾ ਕੋਈ ਆਧਾਰ ਨਹੀਂ ਹੁੰਦਾ ਅਤੇ ਨੁਕਸਾਨ ਹੋ ਜਾਂਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਪੇਸ਼ਾਵਰ ਪਹੁੰਚ ਵਾਲੇ ਬੰਦੇ ਨੇ, ਉਹਨਾਂ ਨਾਲ ਬੈਠੋ, ਮੀਟਿੰਗ ਕਰੋ, ਅਤੇ ਜੇਕਰ ਤੁਹਾਨੂੰ ਜਾਪਦਾ ਇਹ ਕਿ ਤੁਸੀਂ ਸੱਚਮੁੱਚ ਲੋੜਵੰਦ ਹੋ ਪ੍ਰਾਪਰਟੀ ਦੇ, ਤਾਂ ਇਹ ਮਾਰਕੀਟ ਬਾਇਰ ਦੀ ਮਾਰਕੀਟ ਕਹੀ ਜਾ ਸਕਦੀ ਹੈ। ਖਰੀਦਦਾਰ ਦੀ ਮਾਰਕੀਟ ਦੇ ਵਿੱਚ ਖਰੀਦਦਾਰ ਨੂੰ ਬਾਹਰ ਨਿਕਲਣਾ ਚਾਹੀਦਾ ਹੈ। ਇਹਦੇ ਵਿੱਚ ਕਈ ਵਾਰ ਇਹ ਵੀ ਗੱਲ ਹੁੰਦੀ ਵੀ ਰੀਅਲਟਰ ਇਹ ਸਾਰੀ ਗੱਲਬਾਤ ਇੱਕ ਸਿਰਜਦੇ ਆ ਵੀ ਹੁਣ ਮਾਰਕੀਟ ਤੇਜ਼ ਹੋ ਗਈ, ਹੁਣ ਹੌਲੀ ਹੋ ਗਈ। ਰੀਅਲਟਰ ਦਾ ਕਿੰਨਾ ਕੁ ਰੋਲ ਹੁੰਦਾ ਇਸ ਗੱਲ ਦੇ ਵਿੱਚ ਵੀ ਉਹ ਜ਼ਿਆਦਾ ਸਰਗਰਮ ਕਰੇ, ਜਾਂ ਇਹਦੇ ਕਹਿਣ ਨਾਲ ਕੋਈ ਰੀਅਲਟਰਸ ਦੇ ਕਹਿਣ ਨਾਲ ਕੋਈ ਫਰਕ ਪੈਂਦਾ ਮਾਰਕੀਟ 'ਚ? ਜਦੋਂ ਪ੍ਰਾਪਰਟੀ ਕਿਸੇ ਨੇ ਲਿਸਟ ਕਰਨੀ ਹੈ ਤਾਂ ਰੀਅਲਟਰ ਨੂੰ ਸੱਦ ਕੇ ਉਹ ਕਹਿੰਦਾ ਇਦੋਂ ਘੱਟ ਮੈਂ ਵੇਚਣੀ ਨਹੀਂ।
ਜਦੋਂ ਪ੍ਰਾਪਰਟੀ ਕਿਸੇ ਨੇ ਖਰੀਦਣੀ ਹੈ ਰੈਲਟਰ ਨੂੰ ਸੱਦ ਕੇ ਕਹਿੰਦਾ ਇਦੋਂ ਵੱਧ ਮੈਂ ਲੈਣੀ ਨਹੀਂ, ਤਾਂ ਰੈਲਟਰ ਦਾ ਉਸ ਦੇ ਵਿੱਚ ਕੀ ਕਸੂਰ ਰਹਿ ਗਿਆ? ਕੁਝ ਵੀ ਨਹੀਂ। ਸਿਰਫ ਇਹ ਆ ਕਿ ਆਪਣੇ ਅਨੁਭਵ ਤਜਰਬੇ ਨੂੰ ਵਰਤੇ, ਇਹ ਦੱਸੇ ਕਿ ਹਾਂ ਇਸ ਮਾਰਕੀਟ ਦੇ ਵਿੱਚ ਤੈਨੂੰ ਵੱਧ ਤੋਂ ਵੱਧ ਇੰਨੇ ਪੈਸੇ ਮਿਲ ਸਕਦੇ ਆ, ਇਦੋਂ ਵੱਧ ਨਹੀਂ। ਸੋ ਜੇ ਤੂੰ ਫੈਸਲਾ ਕਰਦਾ ਤਾਂ ਵਧੀਆ, ਤੇ ਖਰੀਦਣ ਵਾਲੇ ਨੂੰ ਵੀ ਇਸ ਗੱਲ ਲਈ ਚਾਨਣ ਕਰ ਦੇਵੇ, ਕੰਪੈਰੇਬਲ ਰੱਖੇ ਉਹਦੇ ਕੋਲੇ ਉਸ ਏਰੀਏ ਦੇ ਵਿੱਚ, ਉਹਨਾਂ ਤਾਰੀਖਾਂ ਦੇ ਵਿੱਚ, ਉਹਨਾਂ ਸਮਿਆਂ ਦੇ ਵਿੱਚ ਕਿੱਥੋਂ ਤੱਕ ਪ੍ਰਾਪਰਟੀ ਵਿਕੀ ਹੈ। ਇਹ ਤੱਥ ਜਦੋਂ ਸਾਹਮਣੇ ਰੱਖਦੇ ਆ ਫਿਰ ਮਸਲਾ ਸੁਲਝ ਜਾਂਦਾ। ਅਦਰਵਾਈਜ਼ ਅਸੀਂ ਕਈ ਵਾਰ ਇੰਨਾ ਕੁ ਉਲਝ ਜਾਂਦੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ। ਮਾਰਕੀਟ ਨੂੰ ਇਕੱਲਾ ਰੈਲਟਰ ਵਧਾ ਨਹੀਂ ਸਕਦਾ, ਘਟਾ ਨਹੀਂ ਸਕਦਾ। ਖਰੀਦਣ ਤੇ ਵੇਚਣ ਵਾਲੇ ਹੀ ਅਸਲ ਦੇ ਵਿੱਚ ਉਹ ਤੱਤ ਨੇ ਜਿਹੜੇ ਮਾਰਕੀਟ ਨੂੰ ਉੱਪਰ ਜਾਂ ਥੱਲੇ ਲਿਆਉਂਦੇ ਨੇ। ਉਸ ਤੋਂ ਵੱਡੀ ਤੱਥ ਦੀ ਗੱਲ ਹੈ ਕਿ ਗੌਰਮੈਂਟ ਦੀਆਂ ਨੀਤੀਆਂ। ਅਫੋਰਡੇਬਿਲਟੀ ਵਧਾਓ ਤਾਂ ਨੈਚੁਰਲੀ ਕੰਪੀਟੀਸ਼ਨ ਘਟੇਗਾ, ਉਹ ਤਾਂ ਵਧਾਉਂਦੇ ਨਹੀਂ। ਟੈਕਸ ਵਧਾਤਾ, ਟੈਕਸ ਫੇਰ ਵਧੂਗਾ। ਤੁਸੀਂ ਕਿੱਥੋਂ ਕੁ ਤੱਕ ਟੈਕਸ ਵਧਾਈ ਜਾਓਗੇ? ਉਹਦੇ 'ਚ ਜਿਹੜਾ ਬੰਦਾ ਆਮ ਆ ਉਹਨੂੰ ਵੀ ਤੁਸੀਂ ਮਜਬੂਰ ਕਰ ਦਿੱਤਾ, ਉਹ ਕਿੱਧਰ ਨੂੰ ਜਾਏਗਾ? ਜਿਹੜਾ ਸਧਾਰਨ ਬੰਦਾ ਜਦੋਂ ਉਹ ਆਪਣੀ ਕੋਸ਼ਿਸ਼ ਦੇ ਨਾਲ ਕੁਝ ਖਰੀਦਣਾ ਚਾਹੁੰਦਾ, ਉਹਦੇ ਲਈ ਵੀ ਸੰਕਟ ਖੜਾ ਹੋ ਗਿਆ। ਤੁਸੀਂ ਇੱਕ ਨੂੰ ਦਬਦੇ ਦਬਦੇ ਸਾਰਿਆਂ ਨੂੰ ਨਿਪੇੜ ਰਹੇ ਹੋ। ਸੋ ਗੌਰਮੈਂਟ ਦੀਆਂ ਜਿਹੜੀਆਂ ਨੀਤੀਆਂ ਹਨ, ਜਿਵੇਂ ਫੋਰਨ ਬਾਇਰਸ 'ਤੇ ਪਾਬੰਦੀਆਂ ਲਾ ਦਿੱਤੀਆਂ, ਕੁਛ ਹੋਰਾਂ ਚੀਜ਼ਾਂ 'ਤੇ ਲਾਤੀਆਂ, ਆਪਣੇ ਆਪ ਨੂੰ ਬੜੇ ਸਰਾਹ ਰਹੇ ਨੇ। ਉਹਨਾਂ ਦੇ ਵਿੱਚ ਵੀ ਮੈਂ ਦੇਖਦਾ ਓਵਰਆਲ ਕੈਨੇਡਾ ਦਾ ਵਿਕਾਸ ਵੀ ਚਾਹੀਦਾ, ਇੱਥੋਂ ਦੇ ਲੋਕਾਂ ਦੇ ਲੋੜ ਵੀ ਪੂਰੀ ਹੋਣੀ ਚਾਹੀਦੀ ਹੈ। ਪਰ ਉਹਨੂੰ ਇਸ ਤਰ੍ਹਾਂ ਬਣਾਓ ਕਿ ਇੱਕਦਮ ਜਿਹੜਾ ਹੈ ਪਹਿਲਾਂ ਤਾਂ ਤੁਸੀਂ ਥੱਲੇ ਸੁੱਟ ਦਿੰਦੇ ਹੋ ਆਪਣੀ ਪਾਲਿਸੀ ਦੇ ਨਾਲ, ਫਿਰ ਚੱਕ ਦਿੰਦੇ ਹੋ। ਇਹੀ ਜਿਹੜਾ 2-4 ਮਹੀਨੇ ਪਹਿਲਾਂ ਹੌਲੀ ਹੌਲੀ ਸਟੈਪ ਚੱਕੇ ਹੁੰਦੇ ਤਾਂ ਜ਼ਿਆਦਾ ਵਧੀਆ ਸੀ। ਸਥਿਤੀ ਵਿਗਾੜ ਲੈਣੀ ਪੂਰੀ ਤਰ੍ਹਾਂ, ਫਿਰ ਉਸ ਨੂੰ ਸੋਧਣਾ, ਇਹ ਮੈਨੂੰ ਲੱਗਦਾ ਰੈਲਟਰ ਦੇ ਹੱਥ ਦੇ ਵਿੱਚ ਨਹੀਂ ਹੈ। ਇਹ ਉਹਨਾਂ ਦੇ ਵਿੱਚ ਹੈ। ਰੈਲਟਰ ਦਾ ਇੰਨਾ ਕੁ ਪਾਰਟ ਹੈ ਕਿ ਗੁੰਮਰਾਹ ਨਾ ਕਰੇ, ਜੋ ਦੱਸੇ ਸਹੀ ਦੱਸੇ। ਅੱਜ ਬਾਇਰ ਦੀ ਮਾਰਕੀਟ ਹੈ, ਦੱਸੇ ਕਿ ਤੁਸੀਂ ਵਾਜਬ ਜੇਕਰ ਯੋਗ ਹੋ ਤਾਂ ਲੈ ਲਓ। ਸੈਲਰ ਦੀ ਮਾਰਕੀਟ ਹੈ, ਉਹਦੇ 'ਚ ਵੀ ਦੱਸੇ ਕਿ ਇਸ ਤੋਂ ਵੱਧ ਨਹੀਂ ਵਿਕ ਸਕਦਾ, ਇਸ ਤੋਂ ਜ਼ਿਆਦਾ ਇਹਨੂੰ ਕੰਪੀਟੀਸ਼ਨ ਕ੍ਰੀਏਟ ਕਰਨਾ ਗਲਤ ਹੈ। ਪਰ ਕੰਪੀਟੀਸ਼ਨ ਆਪਣੀ ਪੈਦਾ ਹੋ ਜਾਂਦਾ ਜਦੋਂ ਡਿਮਾਂਡ ਐਂਡ ਸਪਲਾਈ, ਇਹ ਇੱਕ ਮੁੱਖ ਇਕਨੋਮੀ ਦਾ ਰੂਲ ਹੈ। ਇਸ ਦੇ ਵਿੱਚ ਸੰਤੁਲਨ ਵਿਗੜਦਾ ਨਾ ਜਦੋਂ, ਤੇ ਫਿਰ ਇਹ ਇਸ ਤਰ੍ਹਾਂ ਮੁਕਾਬਲੇ ਦੀ ਜਿਹੜੀ ਦੌੜ ਹੈ ਸ਼ੁਰੂ ਹੁੰਦੀ ਹੈ। ਧਾਲੀਵਾਲ ਸਾਹਿਬ, ਇੱਕ ਲੋਕ ਇਹ ਕਹਿੰਦੇ ਵੀ ਜਦੋਂ ਤਾਂ ਓਵਰ ਆਸਕਿੰਗ ਤੁਸੀਂ ਵੇਚ ਦਿੰਦੇ ਹੋ ਕਿਸੇ ਦਾ ਘਰ, ਤਾਂ ਉਹ ਦੱਸਦੇ ਆ ਵੀ ਇੰਨਾ ਆਸਕਿੰਗ ਤੋਂ ਉੱਤੇ ਵੇਚ ਦਿੰਦਾ। ਜਦੋਂ ਕਿਸੇ ਦਾ ਆਸਕਿੰਗ ਤੋਂ ਥੱਲੇ ਜਾਂਦਾ, ਉਹਦੀ ਇੰਨੀ ਚਰਚਾ ਜਾਂ ਪ੍ਰਚਾਰ ਨਹੀਂ ਕਰਦੇ ਵੀ ਇਹਨੂੰ ਇੰਨੇ ਦਾ ਲੱਗਿਆ ਸੀ, ਅਸੀਂ ਸਸਤਾ ਲੈ ਦਿੱਤਾ। ਉਹਦੇ 'ਚ ਜਿਹੜਾ ਖਰੀਦ ਕੇ ਲੈ ਕੇ ਦਿੰਦਾ ਉਹ ਤਾਂ ਦੱਸੂਗਾ ਬਈ ਉਹ ਐਡਵਰਟਾਈਜ਼ਮੈਂਟ ਤੁਸੀਂ ਜਦੋਂ ਦੇਖਦੇ ਹੋ, ਰੈਲਟਰ ਦੀ ਵੀ ਅਸੀਂ ਦੇਖਦੇ ਹਾਂ ਜਾਂ ਬਾਇਰ ਵੀ ਗੱਲਾਂ ਬਾਤਾਂ ਕਰਦਾ, ਉਹ ਤਾਂ ਲਿਖਦਾ ਕਿ ਮੈਂ $1,00,000 ਥੱਲੇ ਜਿਹੜਾ ਹੈ ਇਹਨੂੰ ਦਵਾਤਾ ਆਪਣੇ ਬੰਦੇ ਨੂੰ। ਪਰ ਜਦੋਂ ਸੈਲਰ ਨੂੰ ਰਿਪਰੈਜ਼ੈਂਟ ਕਰਦਾ, ਉਹ ਕਹਿੰਦਾ ਮੈਂ $1,00,000 ਉੱਪਰ ਵੇਚਤਾ, ਕਿਉਂਕਿ ਉਹ ਸੈਲਰ ਨੂੰ ਰਿਪਰੈਜ਼ੈਂਟ ਕਰ ਰਿਹਾ, ਦੂਜਾ ਬਾਇਰ ਨੂੰ ਕਰ ਰਿਹਾ। ਪਰ ਮਸਲਾ ਫਿਰ ਇੱਥੇ ਇਹ ਨਹੀਂ ਗਾ ਵੀ ਇਹ ਕਿਹੋ ਜਿਹਾ ਪ੍ਰਚਾਰ ਹੈ। ਮਸਲਾ ਇਹ ਹੈ ਕਿ ਤੱਥਾਂ ਨੂੰ ਸਾਹਮਣੇ ਰੱਖਣਾ ਚਾਹੀਦਾ। ਇੱਕ ਪ੍ਰਾਪਰਟੀ 1.5 ਮਿਲੀਅਨ ਦੀ ਹੈ, ਸੈਲਰ ਇਹ ਕਹਿ ਰਿਹਾ ਕਿ ਮੈਂ 1.5 ਮਿਲੀਅਨ ਤੋਂ ਉੱਤੇ ਲੈਣਾ, ਅਤੇ ਉਸ ਵੇਲੇ ਉਹ ਕਹਿੰਦਾ ਵੀ ਮੈਂ ਤੈਨੂੰ ਤਜਵੀਜ਼ ਤੇਰੇ ਅੱਗੇ ਪੇਸ਼ ਕਰਦਾ ਕਿ ਤੂੰ ਇਸ ਦੀ ਲਿਸਟਿੰਗ ਕਰ ਮਿਲੀਅਨ ਤੋਂ ਥੱਲੇ। ਹੁਣ ਮਿਲੀਅਨ ਤੋਂ ਥੱਲੇ ਲਿਸਟ ਕਰਤਾ ਅਤੇ 1.5 ਮਿਲੀਅਨ ਤੋਂ ਉੱਪਰ ਵਿਕ ਗਿਆ, ਅਤੇ ਹੁਣ ਕੋਈ ਛਾਲਾ ਮਾਰੀ ਜਾਏ ਕਿ 5 ਲੱਖ ਉੱਪਰ ਵੇਚਤਾ। 5 ਲੱਖ ਉੱਪਰ ਨਹੀਂ ਵੇਚਿਆ, ਉਹਦੀ ਕੀਮਤ ਉਸ ਜਾਇਜ਼ ਸੀ। ਉਹਨੇ ਕੰਪੀਟੀਸ਼ਨ ਕ੍ਰੀਏਟ ਕਰ ਦਿੱਤਾ, ਲੋਕ ਇੱਕ ਦੂਜੇ ਤੋਂ ਅੱਗੇ ਹੋ ਕੇ ਟੁੱਟ ਪਏ। ਹਾਂ ਜ਼ਰੂਰ 20-50 ਹਜ਼ਾਰ ਦਾ ਫਰਕ ਪੈ ਜਾਂਦਾ ਕਈ ਵਾਰ, ਕਿਉਂਕਿ ਇੱਕ ਦੂਜੇ ਦੇ ਮੁਕਾਬਲੇ ਦੇ ਵਿੱਚ ਆ ਗਏ। ਪਰ ਦੂਸਰੇ ਪਾਸੇ 1.5 ਮਿਲੀਅਨ ਨੂੰ ਉਹ ਬੰਦਾ ਲਾਈ ਬੈਠਾ 1.89 ਦਾ, 18-19 ਦਾ, ਅਤੇ ਮੁੜ ਕੇ ਝਾਕੀ ਜਾਂਦਾ ਕੋਈ ਆਇਆ ਨਹੀਂ। ਆਉਣਾ ਕਿੱਥੋਂ ਆ? ਮਾਰਕੀਟ ਤਾਂ ਦੇਖੋ ਨਾ ਤੁਸੀਂ। ਇੱਥੇ ਸਮੱਸਿਆ ਇਹ ਹੈ ਕਿ ਓਵਰ ਪ੍ਰਾਈਸ ਨਹੀਂ, ਗੱਲ ਇਹ ਹੈ ਕਿ ਐਕਚੁਅਲ ਕੀਮਤ ਉਸ ਏਰੀਏ ਦੀ, ਉਸ ਸਮੇਂ ਦੇ ਵਿੱਚ ਉਸ ਪ੍ਰਾਪਰਟੀ ਦੀ, ਉਹਦਾ ਕਵਰਡ ਏਰੀਆ, ਉਹਦਾ ਲੋਟ ਸਾਈਜ਼, ਉਹਦੀ ਡਿਵੈਲਪਮੈਂਟ ਪੋਟੈਂਸ਼ੀਅਲ, ਉਹਦੇ ਬਹੁਪੱਖੀ ਪਸਾਰ ਕਿਹੋ ਜਿਹੇ ਨੇ, ਸਾਨੂੰ ਉਹਦਾ ਨਹੀਂ ਪਤਾ ਲੱਗਦਾ। ਸਾਨੂੰ ਇਉਂ ਲੱਗਦਾ ਵੀ ਆਹ 5 ਲੱਖ ਉੱਪਰ ਵਿਕ ਗਿਆ, ਇਹ 2 ਲੱਖ ਥੱਲੇ ਵਿਕਿਆ। ਉਹਨੇ ਪਹਿਲਾਂ ਹੀ ਮਹਿੰਗਾ ਲਾਇਆ ਸੀ, ਥੱਲੇ ਵਿਕਣਾ ਸੀ। ਆਖਰੀ ਸਵਾਲ ਡਾਕਟਰ ਸਾਹਿਬ, 0.25 ਇੰਟਰਸਟ ਰੇਟ ਪਹਿਲਾਂ ਵੱਧ ਗਿਆ, 0.5 ਫੇਰ ਵੱਧ ਗਿਆ, ਹੁਣ ਕਹਿੰਦੇ ਫੇਰ ਵੱਧ ਜਾਣਾ। ਕੱਲ੍ਹ ਅਸੀਂ ਗੱਲਬਾਤ ਕਰ ਰਹੇ ਸੀ ਕੁਲਦੀਪ ਸਿੰਘ ਸਿੱਧੂ ਹੁਣਾਂ ਨਾਲ, ਉਹਨਾਂ ਨੇ ਇਹ ਗੱਲ ਦੱਸੀ ਹੈ। ਇਹਦੇ ਕਰਕੇ ਜੇ ਮਾਰਕੀਟ ਸਲੋ ਹੋਈ ਹੈ, ਤਾਂ ਜੇ ਹੋਰ ਵੱਧ ਜਾਂਦਾ ਤਾਂ ਇਹਦੇ ਕਰਕੇ ਹੋਰ ਸਲੋ ਹੋਊਗੀ ਜੀ, ਫਿਰ ਹੋ ਸਕਦੀ ਹੈ। ਇੱਕ ਤੱਥ ਜ਼ਰੂਰ ਹੈ, ਪਰ ਸਾਰਾ ਕੁਝ ਨਹੀਂ ਹੈ। ਇਹਦੇ ਨਾਲ ਅਸੀਂ ਬੇਸ਼ੱਕ ਕਹਿ ਸਕਦੇ ਹਾਂ ਕਿ ਜਦੋਂ ਇੰਟਰਸਟ ਰੇਟ ਵੱਧਦਾ, ਆਮ ਬੰਦਿਆਂ ਦੇ ਵਿੱਚ ਇੱਕ ਖੌਫ ਪੈਦਾ ਹੁੰਦਾ। ਪਰ ਦੂਸਰੇ ਪਾਸੇ ਇਹ ਹੈ ਕਿ ਇਸ ਤੋਂ ਪਹਿਲਾਂ ਇੰਟਰਸਟ ਰੇਟ ਪਹਿਲਾਂ ਹੀ ਜ਼ਿਆਦਾ ਰਹੇ ਆ, ਪਹਿਲਾਂ ਘਟਿਆ ਕਿੰਨਾ ਇਹ, ਜੇ ਹੁਣ ਵੱਧ ਵੀ ਜਾਂਦਾ ਫਿਰ ਵੀ ਉਸ ਮੁਕਾਬਲੇ ਇਹ ਉਨਾ ਨਹੀਂ ਹੈ। ਸੋ ਜਿਹੜੇ ਲੋੜਵੰਦ ਆ ਉਹਨਾਂ ਨੇ ਤਾਂ ਲੈਣੀਆਂ ਪ੍ਰਾਪਰਟੀਆਂ। ਜਿਹੜੇ ਇਨਵੈਸਟਰ ਆ, ਜਿਹੜੇ ਨਿਵੇਸ਼ ਕਰਦੇ ਆ, ਜਿਨ੍ਹਾਂ ਨੂੰ ਇਹ ਹੁੰਦਾ ਕਿ ਅਸੀਂ ਪੈਸੇ ਬਣਾਉਣੇ ਆ, ਉਹਨਾਂ ਦੀ ਗਿਣਤੀ 'ਚ ਕਮੀ ਆਈ ਹੈ। ਉਹ ਯਕੀਨਨ ਤੌਰ 'ਤੇ ਦੇਖਣਗੇ ਜੇ ਕੀਮਤਾਂ ਬਹੁਤ ਥੱਲੇ ਗਈਆਂ, ਫਿਰ ਉਹਨਾਂ ਨੂੰ ਇੰਨਾ ਇੰਟਰਸਟ ਰੇਟ ਜਿਹੜਾ ਹੈ ਉਹ ਬਹੁਤਾ ਪ੍ਰਭਾਵਿਤ ਨਹੀਂ ਕਰੇਗਾ।
ਪਰ ਜੇ ਕੀਮਤਾਂ ਉੱਥੇ ਹੀ ਖੜੀਆਂ ਫਿਰ ਉਹ ਰੁਕ ਜਾਣਗੇ। ਸੋ ਜਾਪਦਾ ਇਹ ਹੈ ਕਿ ਦੋਨੇ ਚੀਜ਼ਾਂ ਦੇ ਵਿੱਚੋਂ ਇਹ ਤੱਥ ਪ੍ਰਭਾਵਿਤ ਜ਼ਰੂਰ ਕਰੇਗਾ, ਪਰ ਇੰਨਾ ਵੱਡਾ ਨਹੀਂ ਕਿ ਮਾਰਕੀਟ ਨੂੰ ਇਹ ਬਿਲਕੁਲ ਡਾਮਾਡੋਲ ਕਰ ਦੇਵੇ। ਇੱਕੋ ਹੀ ਸੁਨੇਹਾ ਇਹ ਹੁੰਦਾ ਹੈ ਕਿ ਸੁਲਝੇ ਢੰਗ ਦੇ ਨਾਲ ਪ੍ਰਾਪਰਟੀ ਖਰੀਦਣ ਵੇਲੇ ਕਾਹਲੀ ਨਾ ਕਰਿਓ, ਪਰ ਜੇ ਪ੍ਰਾਪਰਟੀ ਦੀ ਕੀਮਤ ਸੱਚਮੁੱਚ ਅੰਡਰ ਦਾ ਪ੍ਰਾਈਸ ਹੈ ਤੇ ਉਹਦੇ ਬਾਰੇ ਫੈਸਲਾ ਕਰਕੇ ਤੁਸੀਂ ਲੈਂਦੇ ਹੋ ਤੇ ਉਸ ਦੇ ਵਿੱਚ ਫਾਇਦੇ 'ਚ ਰਹਿੰਦੇ ਆ, ਕਿਉਂਕਿ ਸਦਾ ਇਸ ਤਰ੍ਹਾਂ ਨਹੀਂ ਰਹਿੰਦਾ। ਜੇ ਅੱਜ ਥੱਲੇ ਆਈਆਂ ਕੱਲ੍ਹ ਉੱਪਰ ਜਾਣਗੀਆਂ, ਕੱਲ੍ਹ ਉੱਪਰ ਸੀ ਅੱਜ ਹੇਠਾਂ ਨਹੀਂ। ਸੋ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਧੰਨਵਾਦ ਜੀ, ਸ਼ੁਕਰੀਆ। ਦੋਸਤੋ, ਅਸੀਂ ਡਾਕਟਰ ਗੁਰਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ ਗੱਲਬਾਤ ਕੀਤੀ ਹੈ। ਕੋਈ ਵੀ ਮਸਲਾ ਹੋਵੇ ਇਹਨਾਂ ਤੋਂ ਵੀ ਹੋਰ ਜਾਣਕਾਰੀ ਲੈ ਸਕਦੇ ਹੋ। ਫੋਨ ਨੰਬਰ ਸਕਰੀਨ ਦੇ ਉੱਤੇ ਆ। ਘਰਾਂ ਦੀ ਮਾਰਕੀਟ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਤੁਹਾਨੂੰ ਇੱਕ ਓਥੈਂਟਿਕ ਇਨਫੋਰਮੇਸ਼ਨ ਦੇ ਸਕੀਏ, ਇੱਕ ਸਹੀ ਤਸਵੀਰ ਮਾਰਕੀਟ ਦੀ ਤੁਹਾਡੇ ਤੱਕ ਪਹੁੰਚਾ ਸਕੀਏ, ਜਿਹਦੇ ਤੋਂ ਤੁਸੀਂ ਆਪਣਾ ਅੰਦਾਜ਼ਾ ਲਾ ਸਕੋ। ਕੈਮਰਾਮੈਨ ਅਮਿਤ ਮਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।